4 ਨਵੰਬਰ सन 2015 ਨੂੰ ਜਿਸ ਪਿੰਡ 'ਚ ਆਪਾਂ ਬੈਠੇ ਆ, ਪਿੰਡ ਮੱਲ ਕੇ, ਇੱਥੇ ਵੀ ਬੇਅਦਬੀ ਦੀ ਘਟਨਾ ਵਾਪਰੀ ਸੀਗੀ। ਔਰ ਪਿਛਲੀ 7 ਤਰੀਕ ਨੂੰ 3 ਜਾਣੇ ਜਿਹੜੇ ਹੈਗੇ ਨੇ ਡੇਰਾ ਪ੍ਰੇਮੀ, ਉਹਨਾਂ ਨੂੰ ਸਜ਼ਾ ਹੋਈ ਹੈ ਇਸ ਕੇਸ ਦੇ ਵਿੱਚ। ਮੇਰੇ ਨਾਲ ਫੌਜੀ ਸਾਹਿਬ ਹੈਗੇ ਨੇ, ਇਹਨਾਂ ਦੀ ਬਦੌਲਤ ਉਹਨਾਂ ਨੂੰ ਸਜ਼ਾ ਹੋਈ ਹੈ। ਕਿ ਬਾਦਲ ਕਿਆ ਨੇ ਇਸ ਸੌਦਾ ਸਾਹਿਬ ਦੀ ਆਪਣਾ ਪਿਕਚਰ ਚਲਵਾਈ, ਇਹਦੇ 'ਚ ਪੋਸਟਰ ਲੱਗੇ ਸੌਦਾ ਸਾਹਿਬ ਦੇ, 10 ਬੰਦੇ ਸਿਕਿਉਰਿਟੀ ਦੇ ਲਾਏ। ਜਾਣੀ ਕਿ ਸਰਕਾਰ ਦੀ ਸ਼ਹਿ ਕਰਕੇ ਜੋ ਕੁਛ ਹੋਇਆ ਇਹਨਾਂ ਨੇ ਕੀਤਾ, ਸੌਦਾ ਸਾਹਿਬ ਨੇ ਸਰਕਾਰ ਦੀ ਸ਼ਹਿ 'ਤੇ ਹੀ ਕੰਮ ਕੀਤਾ ਜੋ ਵੀ ਕੁਛ ਕੀਤਾ। ਜਦੋਂ ਮੈਂ ਗਾਂ ਗਿਆ, ਇਹਨਾਂ ਨੇ ਬੰਦੇ ਨੇ, ਅਮਨਦੀਪ ਸਿੰਘ ਨੇ ਆਪਣੇ ਝੋਲੇ ਕੋ ਛੁੱਟਿਆ ਕੱਢ ਕੇ ਬਾਹਰ। ਮੈਂ ਤਾਂ ਆਪਣੇ ਚਲਾ ਗਿਆ। ਫਿਰ ਜਦੋਂ ਗਾਂ ਗਿਆ ਕਿੱਲਾ ਕਿ ਮੇਰੇ ਮਨ 'ਚ ਕੁਦਰਤੀ ਬਹਿ ਗਿਆ, ਮੈਂ ਕਿਹਾ ਕੀ ਸੁੱਟਿਆ। ਜਦੋਂ ਨਾਲ ਕਹਿੰਦੇ ਸੇਵਕ ਫੌਜੀ ਜਾਂਦਾ ਹੈਗਾ, ਮੈਂ ਉੱਥੋਂ ਮੁੜ ਕੇ ਤੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਇਹਨਾਂ ਨੇ ਕੱਢ ਕੇ ਖਿਲਾਰਿਆ। ਮੈਂ ਉੱਥੇ ਹੀ ਮੁੜਿਆ, ਮੁੜ ਕੇ ਪਿੱਛੇ ਆਇਆ, ਇੱਕ ਥਾਂ ਹੋਰ ਮੋੜ ਦੇ ਉੱਤੇ ਖਿਲਰੇ ਪਏ। ਮੁੜ ਕੇ ਆਉਣ ਸਾਰੀ ਮੈਂ ਫਟਾਫਟ ਇੱਥੇ ਆਪਣਾ ਘਰਾਂ 'ਚ ਦੱਸਿਆ, ਜਾ ਕੇ ਗੁਰਦੁਆਰਾ ਸਾਹਿਬ ਹੁੱਕਾ ਦਵਾਇਆ, ਇਹ ਕਰਕੇ ਉੱਥੇ ਬੇਅਦਬੀ ਹੋਈ ਪਈ ਆ। 2015 ਨੂੰ ਗੁਰਦੁਆਰਾ ਸਿੰਘ ਵਾਲਾ ਤੋਂ ਆਪਣਾ ਗੁਰੂ ਸਰੂਪ ਚੋਰੀ ਹੁੰਦੇ ਹੈਗੇ ਆ। ਉਸ ਤੋਂ ਬਾਅਦ ਪੋਸਟਰ ਲੱਗਦੇ ਆ ਬਗਰਾੜੀ ਦੇ ਵਿੱਚ ਵੀ ਤੁਹਾਡਾ ਗੁਰੂ ਬਗਰਾੜੀ ਦੇ ਵਿੱਚ ਆ, ਜੇ ਹਿੰਮਤ ਹੈਗਾ ਤਾਂ ਸਿੱਖੋ ਲੱਭ ਲਓ। ਜਿਹੜਾ ਉਹਨੂੰ ਲੱਭੂਗਾ ਉਹਨੂੰ 10 ਲੱਖ ਰੁਪਈਆ ਸਲਾਵਤਪੁਰਾ ਡੇਰਾ ਇਨਾਮ ਦੇਊਗੀ। ਫਿਰ ਡੇਰਾ ਪ੍ਰੇਮੀਆਂ ਨੇ ਜਿਨ੍ਹਾਂ ਨੂੰ ਸਜ਼ਾ ਹੋਈ ਆ, ਇਹਦੇ ਵਿੱਚ 5 ਬੰਦੇ ਇਨਵਾਲਵ ਸੀਗੇ। ਜਿਹੜੇ 2 ਬੰਦੇ ਆ, ਜਿਵੇਂ ਹਰਪਾਲ ਸਿੰਘ ਚੀਮਾ ਦਾ ਬਿਆਨ ਆਇਆ ਸੀਗਾ ਪਰਸੋਂ ਵੀ ਅਸੀਂ ਸਜ਼ਾ ਦਵਾਈ ਹੈਗੀ ਆ ਦੋਸ਼ੀਆਂ ਨੂੰ। ਇਹ ਹਰਪਾਲ ਸਿੰਘ ਚੀਮਾ ਨੇ ਸਜ਼ਾ ਨਹੀਂ ਦਵਾਈ, ਇਹਨਾਂ ਨੇ ਤਾਂ ਬੰਦਿਆਂ ਨੂੰ ਬਰੀ ਕੀਤਾ ਹੈਗਾ। ਹਰਪਾਲ ਸਿੰਘ ਚੀਮਾ ਕੌਣ ਭਲਾ? ਅੱਜ ਵੀ ਜਾ ਕੇ ਦੇਖ ਲਓ, ਪ੍ਰੇਮੀ ਨੇ ਜਿਨ੍ਹਾਂ ਨੇ ਬੇਅਦਬੀ ਕੀਤੀ ਉਹਨਾਂ ਨੂੰ ਪ੍ਰਮੋਟ ਕਰ ਰਹੀ ਹੈ ਸਰਕਾਰ। ਜਾ ਕੇ ਦੇਖੋ, ਪ੍ਰਮੋਟ ਉਹ ਕਰ ਰਹੀ ਹੈਗੀ ਵੀ ਇਹਨਾਂ ਨੇ ਬੇਅਦਬੀਆਂ ਕੀਤੀਆਂ, ਦੋਸ਼ੀ ਪੈ ਗਏ ਹੈਗੇ ਆ। ਉਹਨਾਂ ਨੂੰ ਫੇਰ ਜਾ ਕੇ ਦੇਖੋ, 10 ਬੰਦੇ ਉਹਨਾਂ ਘਰੇ ਸਿਕਿਉਰਿਟੀ ਦੇ ਸਰਕਾਰੀ ਗੱਡੀ ਬਾਹਰ ਦੇ ਵਿੱਚ ਖੜੀ ਉਹਨਾਂ ਦੀ। ਫੌਜੀ ਸਾਹਿਬ ਕਦੀ ਦੇਖਿਆ ਪਿੰਡ 'ਚ ਆਸੇ-ਪਾਸੇ ਵਿਚਰਦਿਆਂ ਪਈ ਲੱਗਦਾ ਹੋਵੇ ਕਿ ਕਦੀ ਮਹਿਸੂਸ ਕਰਦੇ ਆ, ਫੀਲ ਕਰਦੇ ਆ ਵੀ ਯਾਰ ਸਾਡੇ ਤੋਂ ਗਲਤੀ ਹੋ ਗਈ ਹੈ, ਜਾਂ ਹੱਲੇ ਵੀ ਜਿਉਂਦੇ ਤੇ ਹੀ ਆ? ਜਿਹੜੇ ਸਰਬੱਤ ਖਾਲਸਾ ਵੱਲੋਂ ਥਾਪੇ ਹੋਏ ਜਥੇਦਾਰ ਆ, ਇਹਨਾਂ ਤੱਕ ਅਸੀਂ ਮਿਹਨਤਾਂ ਵੀ ਕੀਤੀਆਂ ਵੀ ਕਿਉਂਕਿ ਵਕੀਲ ਕਰ ਦਿਓ, ਇਹਨਾਂ ਨੇ ਕੋਈ ਵੀ ਵਕੀਲ ਕਰਨ ਦੀ ਆਪਣੀ ਉਹ ਨਹੀਂ ਜ਼ਰੂਰਤ ਨਹੀਂ ਸਮਝੀਗੀ, ਸਾਨੂੰ ਲਾਰੇ ਹੀ ਲਾਉਂਦੇ ਰਹੇ ਹੈਗੇ ਆ। ਗਿਆਨੀ ਹਰਪ੍ਰੀਤ ਸਿੰਘ ਨੂੰ ਮੈਂ ਖੁਦ ਮਿਲਿਆ ਸੀ ਵਾਹਿਗੁਰੂ ਜੀ ਦਰਬਾਰ ਸਾਹਿਬ ਦੇ ਵਿੱਚ ਹੀ। ਮੈਂ ਕਿਹਾ ਜੀ ਐਂ ਕਰਕੇ ਬੇਨਤੀ ਆ, ਮੈਂ ਇਕੱਲਾ ਤਰੀਕ 'ਤੇ ਜਾਣਾ ਹੈਗਾ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈਗੀ ਆ, ਅਤੇ ਮੈਂ ਤੁਹਾਡੇ ਕੋਲ ਬੇਨਤੀ ਕਰਨੀ ਆਇਆ, ਮੈਨੂੰ ਕੁਛ ਨਹੀਂ ਚਾਹੀਦਾ ਵੀ 4-5 ਸਿੰਘ ਦੀ ਡਿਊਟੀ ਲਾਓ, ਤਰੀਕ 'ਤੇ ਜਾਇਆ ਕਰਨ, 10-15 ਦਿਨ ਤਰੀਕ ਪੈਂਦੀ ਆ। ਪਹਿਲਾਂ ਤਾਂ ਗੱਲ ਤੁਹਾਨੂੰ ਤਿਆਰ ਨਹੀਂ ਸੀਗਾ। ਜਦੋਂ ਰੁਕ ਗਿਆ ਇੱਕ ਮਿੰਟ, ਮੈਨੂੰ ਕਹਿੰਦਾ ਅੱਛਾ ਸੇਵਕ ਸਿੰਘ ਤੂੰ ਆ, ਗੁਰਸੇਵਕ ਸਿੰਘ ਤੂੰ? ਮੈਂ ਕਿਹਾ ਹਾਂਜੀ ਮੈਂ। ਤੂੰ ਫੌਜੀ? ਮੈਂ ਕਿਹਾ ਹਾਂਜੀ। ਅੱਛਾ ਤੂੰ ਗਵਾਹ ਬਣਿਆ? ਮੈਂ ਕਿਹਾ ਹਾਂਜੀ ਮੈਂ ਗਵਾਹੀ ਦਿੱਤੀ ਆ। ਕਹਿੰਦਾ ਤੈਨੂੰ ਕਿਹਨੇ ਕਿਹਾ ਸੀ ਗਵਾਹੀ ਦੇ? ਇੰਨੀ ਗੱਲ ਕਹਿ ਕੇ ਕਹਿੰਦਾ ਖਾਂਦਾ ਰਿਹਾ ਧੱਕੇ, ਇੰਨੀ ਗੱਲ ਕਹਿ ਕੇ ਗੰਦ ਤੁਰ ਗਿਆ ਜੀ। ਕੀ ਹੁੰਦਾ ਇੱਕ ਡੇਰਾ, ਉਹ ਵੀ ਇੱਕ ਹਰਿਆਣੇ ਦਾ ਡੇਰਾ, ਤੇ ਸਿੱਖਾਂ ਦੇ ਵਿਰੁੱਧ ਇੰਨੀ ਤਕੜੀ ਲਾਮਬੰਦੀ ਕਰ ਜਾਵੇ, ਤੇ ਸਰਕਾਰ ਹੋਵੇ ਪੰਥਕ, ਬਾਦਲਾਂ ਦੀ ਸਰਕਾਰ ਹੋਵੇ, ਤੇ ਉਹਨਾਂ ਦੀ ਇੰਨੀ ਤਕੜੀ ਉਹਨਾਂ ਦੀ ਲਾਮਬੰਦੀ ਹੋਈ ਹੋਵੇ ਕਿ ਵੀ ਉਹ ਸਾਡੇ ਗੁਰੂ ਨੂੰ ਲਲਕਾਰਨ, ਉਹ ਸਿੱਖਾਂ ਨੂੰ ਲਲਕਾਰਨ। ਇਹ ਐਦਾਂ ਕਦੀ ਪੰਜਾਬ 'ਚ ਹੋਇਆ ਨਹੀਂ, ਇਹ ਪਹਿਲੀ ਵਾਰ ਹੋਇਆ। ਜਦੋਂ 1984 ਤੋਂ ਪਹਿਲਾਂ ਨਿਰੰਕਾਰੀ ਕਾਂਡ ਵਾਪਰਦਾ, ਜਿੱਡੀ ਵੱਡੀ ਤਬਦੀਲੀ ਪੰਜਾਬ ਦੀ ਧਰਤੀ ਤੇ ਉਸ ਕਾਂਡ ਨੇ ਲੈ ਕੇ ਆਂਦੀ, ਜਿੱਡਾ ਵੱਡਾ ਇੱਕ ਕਹਿ ਲਓ, ਉਸ ਤੋਂ ਬਾਅਦ 'ਚ ਹੀ ਘੱਲੂ ਘਾਰੇ ਤੱਕ ਦੀਆਂ ਗੱਲਾਂ ਤੱਕ ਪਹੁੰਚ ਜਾਂਦੀ ਸਥਿਤੀ। ਪਰ ਤੁਸੀਂ ਇਹ ਦੇਖੋ, ਸਟੇਟ ਨੇ ਉਸੇ ਨਿਰੰਕਾਰੀ ਸੰਸਥਾ ਨੂੰ ਪੰਜਾਬ ਦੇ ਅੰਦਰ ਉਤੋਂ ਕਿਤੇ ਵੱਧ ਤਾਕਤ ਦਿੱਤੀ। ਸੇਮ ਉੱਦਾਂ ਹੀ ਅੱਜ ਇੱਧਰ ਚੱਲ ਰਿਹਾ। ਉਹਨੂੰ ਅਦਾਲਤ ਜਿਹੜੀ ਹੈਗੀ ਆ, ਉਹ ਇਹ ਕਹਿੰਦੀ ਵੀ ਇਹ ਬਲਾਤਕਾਰੀ ਆ, ਇਹ ਬੰਦੇ ਦੇ ਉੱਤੇ ਐਸੇ ਸੰਗੀਨ ਜੁਰਮ ਕਿ ਮਤਲਬ ਸਾਡੇ ਪਿੰਡ 'ਚ ਕਿਸੇ ਆਮ ਬੰਦੇ ਦੇ ਲਾਗੇ ਵੇ ਤੇ ਲੋਕੀ ਮੂੰਹ ਲਾਉਣਾ ਛੱਡ ਦਿੰਦੇ। ਦੂਜੇ ਪਾਸੇ ਉਸ ਬੰਦੇ ਦੇ ਜਿਹੜੇ ਡੇਰੇ ਆ ਪਿੰਡ ਪੱਧਰ ਤੇ ਜਿਹੜੇ ਉਸਾਰੇ ਗਏ, ਉਹਦੇ ਜੇਲ੍ਹ ਦੇ ਵਿੱਚ ਹੋਣ ਦੇ ਬਾਵਜੂਦ ਵੀ ਪਿੱਛੇ ਜਿਹੜੀਆਂ ਹੈਗੀਆਂ ਉਹਨਾਂ ਨੂੰ ਪੈਰਵਾਈਆਂ ਦਿੱਤੀਆਂ ਜਾ ਰਹੀਆਂ, ਉਹਨਾਂ ਬੰਦਿਆਂ ਨੂੰ ਤਾਕਤ ਦਿੱਤੀ ਜਾ ਰਹੀ ਹੈ। ਇੱਥੋਂ ਸਾਨੂੰ ਜਾਂ ਸਾਡੀ ਕੌਮ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਵੀ ਜਿਸ ਹਕੂਮਤ ਦੇ ਜੂਲੇ ਥੱਲੇ ਅਸੀਂ ਅੱਜ ਰਹਿ ਰਹੇ ਨੇ, ਉਹ ਜਿਹੜੀ ਧਿਰ ਵੀ ਸਾਡੇ ਖਿਲਾਫ ਦੁਸ਼ਮਣ ਬਣ ਕੇ ਖੜੂਗੀ, ਉਹ ਸਟੇਟ ਉਹਨੂੰ ਤਾਕਤ ਦੇਊਗੀ। ਸੋ ਬਹੁਤ ਕੁਝ ਚੱਲਦਾ ਹੋਊਗਾ ਤੁਹਾਡੇ। ਗੁਰੂ ਸਾਹਿਬ ਦੀ ਬੇਅਦਬੀ ਹੋਈ ਹੈ, ਕੋਈ ਸਜ਼ਾ ਨਹੀਂ ਹੋਈ। ਆਪਾਂ ਜੇ ਕਹਿੰਦੇ ਸਜ਼ਾ ਹੋਈ ਹੈ, ਸਾਡੇ ਦਿਲ ਜੇ ਕਹਿੰਦੇ ਹੁੰਦੇ ਦਿਖਾਈਏ
ਤੇ ਵੀ ਸਜ਼ਾ ਨਹੀਂ ਹੋਈ ਇਹਨਾਂ ਨੂੰ। ਜਿਵੇਂ ਅਰਬ ਕੰਟਰੀਆਂ ਵਿੱਚ ਸਜ਼ਾ ਹੁੰਦੀ, ਹੱਥ ਪੈਰਾਂ ਦੇ ਵੱਢੇ ਜਾਂਦੇ, ਤਾਂ ਵੀ ਸਜ਼ਾ ਥੋੜੀ ਸੀ। ਗੁਰੂ ਗ੍ਰੰਥ ਸਾਹਿਬ 1 ਮਿੰਟ ਦੇ ਵਿੱਚ ਧਰਤੀ ਦੇ ਕਾਸ ਨੂੰ ਐ ਕਰ ਕਹਿੰਦੇ ਹੁੰਦੇ ਚੱਕੀ ਨੂੰ ਪੀਸ ਕੇ ਰੱਖ ਸਕਦਾ ਹੈਗਾ। ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ, ਕੋਈ ਮਾੜੀ ਮੋਟੀ ਗੱਲ ਨਹੀਂ। ਇਹ ਸਜ਼ਾ ਸੁਜਾ ਨਹੀਂ ਹੋਈ। ਸਜ਼ਾ ਤਾਂ ਮਹਾਰਾਜ ਗੁਰੂ ਨਾਨਕ ਸੱਚੇ ਪਾਤਸ਼ਾਹ ਆਪ ਹੀ ਇਹਨਾਂ ਦੇ ਕੀੜੇ ਪਾ ਕੇ ਆਪ ਹੀ ਸਜ਼ਾ ਲੈਣਗੇ। ਸਵਾਗਤ ਹੈ ਦੋਸਤੋ ਤੁਹਾਡਾ ਆਪਣਾ ਸਾਂਝਾ ਪੰਜਾਬ ਟੀਵੀ ਤੇ ਮੈਂ ਭੁਪਿੰਦਰ ਸਿੰਘ ਸੱਜਣ। ਅੱਜ ਅਸੀਂ ਹੈਗੇ ਜੀ ਪਿੰਡ ਮੱਲਕੇ, ਬਰਗਾੜੀ ਦੇ ਬਿਲਕੁਲ ਲਾਗੇ ਪੈਂਦਾ ਹੈਗਾ। ਤੁਹਾਨੂੰ ਸਾਰਿਆਂ ਨੂੰ ਚੇਤਾ ਹੈਗਾ ਕਿ ਬਰਗਾੜੀ ਬੇਅਦਬੀ ਕਾਂਡ ਹੋਇਆ ਸੀਗਾ। ਬਹੁਤ ਸਾਰੀਆਂ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ, ਪਰ ਬਰਗਾੜੀ ਬਹੁਤ ਹੀ ਜ਼ਿਆਦਾ ਸਾਰਿਆਂ ਦੇ ਜ਼ਿਹਨ ਵਿੱਚ ਹੈਗੀ ਆ। ਇਨਸਾਫ ਮੰਗ ਰਹੇ ਨੇ ਸਿੱਖ ਅੱਜ ਵੀ, ਪਰ ਇਨਸਾਫ ਨਹੀਂ ਮਿਲ ਰਿਹਾ। ਸਨ 2015 ਸਿੱਖ ਕੌਮ ਨੂੰ ਪੂਰੀ ਤਰ੍ਹਾਂ ਚੈਲੰਜ ਕੀਤਾ ਗਿਆ ਕਿ ਸਿੱਖੋ ਅਸੀਂ ਤੁਹਾਡਾ ਗੁਰੂ ਚੋਰੀ ਕੀਤਾ ਹੈ, ਜੇ ਤੁਹਾਡੇ ਵਿੱਚ ਹਿੰਮਤ ਹੈ ਤਾਂ ਤੁਸੀਂ ਆਪਦਾ ਗੁਰੂ ਲੱਭ ਕੇ ਵਿਖਾਓ। ਇਸ ਕਿਸਮ ਦੇ ਨਾਲ ਬਹੁਤ ਹੀ ਜ਼ਿਆਦਾ ਭੈੜੀ ਸ਼ਬਦਾਵਲੀ ਲਿਖ ਕੇ ਕੰਧਾਂ ਦੇ ਉੱਪਰ ਪੋਸਟਰ ਲਾਤੇ ਗਏ ਸੀਗੇ। ਬਰਗਾੜੀ ਘਟਨਾ ਵਾਪਰਦੀ ਹੈ, ਬਾਈਬਲ ਕਲਾਂ, ਸਾਰਾ ਕੁਝ ਤੁਹਾਨੂੰ ਸਾਰਿਆਂ ਨੂੰ ਚੇਤੇ ਹੀ ਹੈਗਾ ਆ, ਭੁੱਲਿਆ ਨਹੀਂ ਹੈਗਾ। 7 ਵਰ੍ਹੇ ਬੀਤ ਚੁੱਕੇ ਨੇ। ਪਿੰਡ ਮੱਲਕੇ ਜਿੱਥੇ ਆਪਾਂ ਬੈਠੇ ਹੈਗੇ ਆ, 4 ਨਵੰਬਰ ਸਨ 2015 4 ਨਵੰਬਰ ਸਨ 2015 ਨੂੰ ਜਿਸ ਪਿੰਡ 'ਚ ਆਪਾਂ ਬੈਠੇ ਆ, ਪਿੰਡ ਮੱਲਕੇ, ਇੱਥੇ ਵੀ ਬੇਅਦਬੀ ਦੀ ਘਟਨਾ ਵਾਪਰੀ ਸੀਗੀ। ਔਰ ਪਿਛਲੀ 7 ਤਰੀਕ ਨੂੰ 3 ਜਾਣੇ ਜਿਹੜੇ ਹੈਗੇ ਨੇ ਡੇਰਾ ਪ੍ਰੇਮੀ ਉਹਨਾਂ ਨੂੰ ਸਜ਼ਾ ਹੋਈ ਹੈ ਇਸ ਕੇਸ ਦੇ ਵਿੱਚ। ਮੇਰੇ ਨਾਲ ਫੌਜੀ ਸਾਹਿਬ ਹੈਗੇ ਨੇ, ਇਹਨਾਂ ਦੀ ਬਦੌਲਤ ਉਹਨਾਂ ਨੂੰ ਸਜ਼ਾ ਹੋਈ ਹੈ। ਪਿੰਡ ਦੇ ਵਿੱਚੋਂ ਇਹਨਾਂ ਨੇ ਗਵਾਹੀ ਦਿੱਤੀ ਸੀਗੀ, ਇਹਨਾਂ ਦੀਆਂ ਅੱਖਾਂ ਦੇ ਸਾਹਮਣੇ ਸਾਰਾ ਕੁਝ ਵਾਪਰਿਆ ਸੀਗਾ। ਮੈਂ ਤੁਹਾਨੂੰ ਇਹਨਾਂ ਦੀ ਜ਼ੁਬਾਨੀ ਦੱਸਦਾ ਕਿ ਇਹਨਾਂ ਨੇ 4 ਨਵੰਬਰ ਦੀ ਉਸ ਤੜਕੇ ਦੀ ਤਕਰੀਬਨ ਮੇਰੇ ਖਿਆਲ 4 ਵਜੇ ਸੀ, ਭਾਈ ਸਾਹਿਬ ਦੱਸ ਰਹੇ ਸੀਗੇ ਕਿ ਬੇਅਦਬੀ ਇਹਨਾਂ ਨੇ ਸਾਰਾ ਕੁਝ ਆਪਣੀਆਂ ਅੱਖਾਂ ਦੇ ਨਾਲ ਵੇਖਿਆ। ਆਪਾਂ ਇਹਨਾਂ ਦੇ ਕੋਲੋਂ ਸੁਣਦੇ ਹਾਂ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫੌਜੀ ਸਾਹਿਬ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਜੀ ਗੁਰਸੇਵਕ ਸਿੰਘ ਫੌਜੀ ਕਹਿੰਦੇ ਜੀ। ਗੁਰਸੇਵਕ ਫੌਜ 'ਚ ਨੌਕਰੀ ਕੀਤੀ ਆ ਤਾਂ ਫੌਜੀ ਕਹਿੰਦੇ ਗੁਰਸੇਵਕ ਸਿੰਘ ਜੀ। ਫੌਜੀ ਸਾਹਿਬ, 4 ਨਵੰਬਰ ਨੂੰ ਕੀ ਵਾਪਰਿਆ ਸੀਗਾ? ਵਾਹਿਗੁਰੂ ਜੀ, ਇਹ ਜਦੋਂ ਦਾ ਆਪਣਾ 2007 ਤੋਂ ਸੌਦਾ ਸਾਧ ਨੇ ਆਪਣਾ ਗੁਰੂ ਸਾਹਿਬ ਦਾ ਸਵਾਗਤ ਕੀਤਾ ਸੀਗਾ, ਉਸ ਟਾਈਮ ਹੀ ਇਹਨਾਂ ਨੇ ਆਪਣੇ ਸਿੱਖਾਂ ਨੂੰ ਮਤਲਬ ਸਿੱਖਾਂ ਦੇ ਵਿੱਚ ਤੇ ਡੇਰਾ ਦੇ ਵਿੱਚ ਆਪਸੀ ਦੀ ਵਿਵਾਦ ਸ਼ੁਰੂ ਹੋ ਗਿਆ ਸੀਗਾ। ਉਸ ਟਾਈਮ ਹੀ ਇਹਨੇ ਮਤਲਬ ਗੁਰੂ ਸਾਹਿਬ ਦਾ ਸਵਾਗਤ ਰਚਿਆ ਸੀਗਾ ਤੇ ਇਹਨੇ ਗੁਰੂ ਸਾਹਿਬ ਦੀ ਪੋਸ਼ਾਕ ਪਾਈ ਸੀਗੀ। ਸਿੱਖਾਂ ਦੇ ਉਲਟ ਇਹ ਸੌਦਾ ਸਾਧ ਚੱਲਣ ਲੱਗ ਪਿਆ ਸੀਗਾ। ਮੁੜ ਕੇ ਇਹਨੂੰ ਆਪਣਾ ਬਾਦਲ ਕਹਿੰਦੇ ਸ਼ਹਿ ਦਿੱਤੀ ਸੀਗੀ। ਇਹਨਾਂ ਜਿਹੜੀ ਪੋਸ਼ਾਕ ਲਿਆਈ ਸੀ ਉਹ ਆਪਣਾ ਸੁਖਬੀਰ ਸਿੰਘ ਬਾਦਲ ਨੇ ਚੰਦੂ ਮਾਤਾ ਦੇ ਥੂ ਡੇਰੇ ਵਿੱਚ ਪਹੁੰਚੀ ਸੀਗੀ। ਤੇ ਮੁੜ ਕੇ ਇਹਨਾਂ ਨੇ ਬਾਦਲ ਕਿਆ ਨੇ ਹੁਕਮਨਾਮਾ ਜਾਰੀ ਕਰਵਾਇਆ ਸੀਗਾ ਵੀ ਐਂ ਕਰਕੇ ਇਹਨਾਂ ਦੇ ਨਾਲ ਮਤਲਬ ਜਿਹੜੇ ਆਪਣਾ ਕੋਈ ਵੀ ਆਪਣਾ ਵਰਤਾਵ ਨਹੀਂ ਰੱਖੂਗਾ, ਕੋਈ ਵੀ ਰੋਟੀ ਬੇਟੀ ਦੀ ਸਾਂਝ ਨਹੀਂ ਕਰੂਗਾ। ਮੁੜ ਕੇ ਬਾਦਲ ਕਿਆ ਨੇ ਇਸ ਸੌਦਾ ਸਾਧ ਦੀ ਆਪਣਾ ਪਿਕਚਰ ਚਲਵਾਈ। ਇਹਦੇ 'ਚ ਪੋਸਟਰ ਲੱਗੇ ਸੌਦਾ ਸਾਧ ਦੇ 10 ਬੰਦੇ ਸਿਕਿਉਰਿਟੀ ਦੇ ਲਾਏ। ਜਾਣੀ ਕਿ ਸਰਕਾਰ ਦੀ ਸ਼ਹਿ ਕਰਕੇ ਜੋ ਕੁਛ ਹੋਇਆ ਇਹਨਾਂ ਨੇ ਕੀਤਾ, ਸੌਦਾ ਸਾਧ ਨੇ ਸਰਕਾਰ ਦੀ ਸ਼ਹਿ 'ਤੇ ਹੀ ਕੰਮ ਕੀਤਾ ਜੋ ਵੀ ਕੁਛ ਕੀਤਾ। ਉਸ ਤੋਂ ਬਾਅਦ ਆਪਣਾ 2015 ਨੂੰ ਬੁਰਜਵਾਰ ਸਿੰਘ ਵਾਲਾ ਤੋਂ ਆਪਣਾ ਗੁਰੂ ਗ੍ਰੰਥ ਸਰੂਪ ਚੋਰੀ ਹੁੰਦੇ ਹੈਗੇ ਆ। ਉਸ ਤੋਂ ਬਾਅਦ ਪੋਸਟਰ ਲੱਗਦੇ ਆ ਬਗਰਾੜੀ ਦੇ ਵਿੱਚ ਵੀ ਤੁਹਾਡਾ ਗੁਰੂ ਬਗਰਾੜੀ ਦੇ ਵਿੱਚ ਆ, ਜੇ ਹਿੰਮਤ ਹੈਗਾ ਤਾਂ ਸਿੱਖੋ ਲੱਭ ਲਓ। ਜਿਹੜਾ ਉਹਨੂੰ ਲੱਭੂਗਾ ਉਹਨੂੰ 10 ਲੱਖ ਰੁਪਈਆ ਸਲਾਵਤਪੁਰਾ ਡੇਰਾ ਇਨਾਮ ਦੇਊਗੀ। ਉਸ ਤੋਂ ਬਾਅਦ ਇਹਨਾਂ ਨੇ ਆਪਣਾ ਗੁਰੂ ਸਾਹਿਬ ਦੇ ਅੰਗ ਖਿਲਾਰੇ ਬਗਰਾੜੀ ਦੇ ਵਿੱਚ ਅੰਗ ਖਿਲਾਰੀ ਸੀਗੇ। ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਫਿਰ ਵੰਗਾਰ ਕੇ ਫਿਰ ਨਾਲ ਮੱਲ ਕੇ 7 ਕਿਲੋਮੀਟਰ ਬਗਰਾੜੀ ਤੋਂ ਮੱਲ ਕੇ ਵੀ ਇਹਨਾਂ ਨੇ ਆਪਣਾ 4 ਨਵੰਬਰ 2015 ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ, ਅੰਗ ਖਿਲਾਰੇ। ਸਿੱਖਾਂ ਨੂੰ ਚੈਲੰਜ ਕੀਤਾ ਜਾਣੀ ਕਿ ਅਸੀਂ ਆਹ ਵੀ ਕਰ ਲਿਆ, ਸਾਡਾ ਤੁਸੀਂ ਕੀ ਕਰ ਲਓਗੇ, ਸਾਡਾ ਪਹਿਲਾਂ ਕੀ ਕਰ ਲਿਆ ਤੁਸੀਂ। ਇਹਨਾਂ ਡੇਰਾ ਪ੍ਰੇਮੀਆਂ ਨੇ ਜਿਨ੍ਹਾਂ ਨੂੰ ਸਜ਼ਾ ਹੋਈ ਆ, ਇਹਦੇ ਵਿੱਚ 5 ਬੰਦੇ ਇਨਵਾਲਵ ਸੀਗੇ। ਅੱਛਾ। ਜਿਹੜੇ 2 ਬੰਦੇ ਆ, ਜਿਵੇਂ ਹਰਪਾਲ ਸਿੰਘ ਚੀਮਾ ਦਾ ਬਿਆਨ ਆਇਆ ਸੀਗਾ ਪਰਸੋਂ ਵੀ ਅਸੀਂ ਸਜ਼ਾ ਦਵਾਈ ਹੈਗੀ ਆ ਦੋਸ਼ੀਆਂ ਨੂੰ। ਇਹ ਹਰਪਾਲ ਸਿੰਘ ਚੀਮਾ ਨੇ ਸਜ਼ਾ ਨਹੀਂ ਦਵਾਈ, ਇਹਨਾਂ ਨੇ ਤਾਂ ਬੰਦਿਆਂ ਨੂੰ ਬਰੀ ਕੀਤਾ ਹੈਗਾ। ਹਰਪਾਲ ਸਿੰਘ ਚੀਮਾ ਕੌਣ ਭਲਾ? ਹਰਪਾਲ ਸਿੰਘ ਚੀਮਾ ਹੈਗਾ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਜਿਹੜਾ ਹੈਗਾ ਵਿੱਤ ਮੰਤਰੀ ਹੈਗਾ। ਉਹਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਵੀ ਅਸੀਂ ਸਜ਼ਾ ਨਹੀਂ ਦਵਾਈ, ਇਹਨਾਂ ਨੇ ਬੰਦਿਆਂ ਨੂੰ ਬਰੀ ਕੀਤਾ ਹੈਗਾ। 2 ਬੰਦੇ ਬਰੀ ਕਰਤੇ, 3 ਨੂੰ ਵੀ ਨਾ ਮਾਤਰ ਸਜ਼ਾ ਦਵਾਈ ਹੈਗੀ ਆ, ਜਿਹੜੀ ਕਿ ਸਜ਼ਾ ਵੱਧ ਬਣਨੀ ਚਾਹੀਦੀ ਸੀਗੀ। ਇਹ ਜੋ ਆਮ ਆਦਮੀ ਪਾਰਟੀ ਹੈਗਾ, ਉਹਨਾਂ ਨੇ ਇਹਨਾਂ ਦੀ ਡੇਰੇ ਨਾਲ ਸਾਂਝ ਹੈਗੀ ਆ। ਉਹਨਾਂ ਦਾ ਜਾ ਕੇ ਦੇਖੋ, ਜਿਸ ਦਿਨ ਸਾਨੂੰ ਤਾਂ ਕਿਸੇ ਨੇ ਪੁੱਛਿਆ ਨਹੀਂਗਾ, ਅਸੀਂ ਡਰਦੇ ਵੀ ਨਹੀਂ ਪ੍ਰੇਮੀਆਂ ਤੋਂ, ਗੁਰੂ ਦਾ ਹੱਥ ਸਾਡੇ ਤੇ। ਮੋਗਾ ਮੇਰਾ ਪਿੰਡ ਸੀਲ ਕੀਤਾ ਹੈਗਾ ਪੁਲਿਸ ਨਾਲ, ਮੱਲਕੇ ਤੋਂ ਲੈ ਕੇ ਮੋਗਾ ਸੀਲ ਕੀਤਾ ਹੋਇਆ ਸੀਗਾ। ਅੱਜ ਵੀ ਜਾ ਕੇ ਦੇਖ ਲਓ, ਪ੍ਰੇਮੀ ਨੇ ਜਿਨ੍ਹਾਂ ਨੇ ਬੇਅਦਬੀ ਕੀਤੀ ਉਹਨਾਂ ਨੂੰ ਪ੍ਰਮੋਟ ਕਰ ਰਹੀ ਹੈ ਸਰਕਾਰ।
ਜਾ ਕੇ ਦੇਖੋ ਪ੍ਰਮੋਟ ਇਉਂ ਕਰ ਰਹੀ ਹੈਗੀ ਆ ਵੀ ਇਹਨਾਂ ਨੇ ਬੇਅਦਬੀਆਂ ਕੀਤੀਆਂ, ਦੋਸ਼ੀ ਪਾਏ ਗਏ ਹੈਗੇ ਆ, ਉਹਨਾਂ ਨੂੰ ਫੇਰ ਜਾ ਕੇ ਦੇਖੋ 10-10 ਬੰਦੇ ਉਹਨਾਂ ਦੇ ਘਰੇ ਸਿਕਿਉਰਿਟੀ ਦੇ ਸਰਕਾਰੀ ਗੱਡੀ ਬਾਹਰ ਦੇ ਵਿੱਚ ਖੜੀ ਉਹਨਾਂ ਦੀ। ਮੈਂ ਆਪਣੇ ਜਿੰਨੇ ਵੀ ਸੱਜਣ ਗੱਲਬਾਤ ਸੁਣ ਰਹੇ ਨੇ, ਆਪਾਂ ਫੌਜੀ ਸਾਹਿਬ ਦੇ ਕੋਲ ਆਏ ਹੈਗੇ ਆ। ਜਦੋਂ 3 ਜਣਿਆਂ ਨੂੰ ਸਜ਼ਾ ਹੋਈ ਹੈ 3-3 ਵਰਿਆਂ ਦੀ, ਤਾਂ ਫੌਜੀ ਸਾਹਿਬ ਦੇ ਕੋਲ ਇੱਕ ਗਨਮੈਨ ਹੈ ਜਿਹੜਾ ਇਹਨਾਂ ਨੂੰ ਦਿੱਤਾ ਗਿਆ ਹੈਗਾ, ਔਰ ਦੂਏ ਬੰਨੇ ਜਿਨ੍ਹਾਂ ਨੂੰ ਸਜ਼ਾ ਹੋਈ ਹੈਗੀ ਆ ਉਹਨਾਂ ਬਾਬਤ ਗੱਲ ਕਰ ਰਹੇ ਨੇ ਕਿ ਉਹਨਾਂ ਨੂੰ 10-10 12-12 ਗਨਮੈਨ ਮਿਲੇ ਹੋਏ ਨੇ ਜੀ। ਤੇ ਕੱਲ ਤਾਂ ਮੇਰੇ ਖਿਆਲ ਇਹਨਾਂ ਕੋਲ 5 ਸੀ, ਕੱਲ ਫਿਰ ਮੇਰਾ 10-10 12-12 ਬੰਦੇ ਕਹਿੰਦੇ ਇਹਨਾਂ ਕੋਲ ਹੋ ਗਏ ਹੈਗੇ ਸਿਕਿਉਰਿਟੀ ਦੇ। ਸਾਨੂੰ ਕੋਈ ਵਿਵਸਥਾ ਨਹੀਂ ਹੈ, ਕੱਲ ਨੂੰ ਕੋਈ ਗੱਲਬਾਤ ਹੁੰਦੀ ਆ ਇਹ ਸਰਕਾਰ ਜ਼ਿੰਮੇਵਾਰ ਹੋਊਗੀ ਵੀ ਮੈਨੂੰ ਕੋਈ ਜਾਂ ਮੇਰੇ ਪਰਿਵਾਰਕ ਮੈਂਬਰ ਨੂੰ ਜਾਂ ਕੋਈ ਵੀ ਗੱਲਬਾਤ ਹੁੰਦੀ ਹੈ ਕੋਈ ਕੇਸ ਅਜੇ ਚੱਲਣਾ ਹੈਗਾ। ਕੇਸ ਤਾਂ ਸ਼ੁਰੂ ਹੋਇਆ, ਪਹਿਲਾਂ ਤਾਂ ਟ੍ਰਾਇਲ ਚੱਲਦਾ ਸੀਗਾ, ਹੁਣ ਦੋਸ਼ੀ ਪੈ ਗਿਆ, ਕੇਸ ਅਜੇ ਅਸੀਂ ਸੈਸ਼ਨਸ ਜਾਣਾ, ਅਪੀਲ ਪਾਉਣੀ ਹੈ, ਜਿਹੜੇ 2 ਬੰਦੇ ਬਚੇ ਆ ਉਹਨਾਂ ਨੂੰ ਸਜ਼ਾ ਕਰਾਉਣੀ ਹੋਗੀ ਆ, ਇਹਨਾਂ ਦੀ ਸਜ਼ਾ ਵਧਾਉਣੀ ਹਾਈ ਕੋਰਟ, ਜੇ ਇੱਥੇ ਨਾ ਹੋ ਤਾਂ ਹਾਈ ਕੋਰਟ ਜਾਵਾਂਗੇ। ਜਿਵੇਂ ਪਹਿਲਾਂ ਇਹਨਾਂ ਨੇ ਸਾਨੂੰ ਬਹੁਤ ਮਤਲਬ 7 ਸਾਲ ਹੋ ਗਏ ਧੱਕੇ ਖਾਂਦਿਆਂ ਨੂੰ। ਇਹਨਾਂ ਨੇ ਕੇਸ ਇਹਨਾਂ ਨੇ ਮੋਗੇ ਪਹਿਲਾਂ ਕਹਿੰਦੇ ਮੋਗੇ ਇਹਨਾਂ ਨੇ ਸੈਸ਼ਨ ਤੇ ਕਹਿੰਦੇ ਬਾਘੇ ਪੁਰਾਣੇ ਕੇਸ ਸੀਗਾ, ਸੈਸ਼ਨ ਦੇ ਇਹਨਾਂ ਨੇ ਪਾਈ ਰੱਟ ਪਾਈ ਵੀ ਸਾਡਾ ਕੇਸ ਮੋਗੇ ਟਰਾਂਸਫਰ ਕੀਤਾ। ਮੋਗੇ ਟਰਾਂਸਫਰ ਕਰਨ ਤੋਂ ਬਾਅਦ ਇਹ ਹਾਈ ਕੋਰਟ ਚਲੇ ਗਏ, ਹਾਈ ਕੋਰਟ ਦੇ ਕੇ ਰੱਟ ਪਾਈ ਵੀ ਸਾਡਾ ਕੇਸ ਕਿਸੇ ਹੋਰ ਸਟੇਟ ਵਿੱਚ ਟਰਾਂਸਫਰ ਕੀਤਾ ਜਾਵੇ, ਸਾਨੂੰ ਪੰਜਾਬ ਤੋਂ ਖਤਰਾ ਹੈਗਾ। ਉੱਥੇ ਅਸੀਂ ਧੱਕੇ ਖਾਂਦੇ ਰਹਿ ਗਏ 3 ਸਾਲ। ਉਸ ਤੋਂ ਬਾਅਦ ਮਾਨਯੋਗ ਹਾਈ ਕੋਰਟ ਨੇ ਸਾਡੀ ਸੁਣੀ, ਇੱਥੇ ਕੇਸ ਵੀ ਕਹਿੰਦੇ ਕੇਸ ਇਹਦੀ ਸੁਣਵਾਈ ਮੋਗੇ ਹੀ ਹੋਊਗੀ। ਅਸੀਂ ਧੰਨਵਾਦੀ ਹਾਂ ਹਾਈ ਕੋਰਟ ਦੇ ਵੀ ਸਾਨੂੰ ਮਤਲਬ ਇਹਨਾਂ ਨੇ ਖਰਾਬ ਨਹੀਂ ਕੀਤਾ, ਨਹੀਂ ਹਾਈ ਕੋਰਟ ਕਿਹਨੇ ਜਾਣ ਸੀ, ਸੇਵਕ ਫੌਜੀ ਕੱਲਾ ਕਿੱਥੇ ਧੱਕੇ ਖਾਂਦਾ ਜਦੋਂ ਇੱਥੇ ਤਾਂ ਕਹਿੰਦੇ ਹੁੰਦੇ ਵੀ ਇਹ ਖਰਾਬ ਕਰਦੇ ਸੀਗੇ। ਇਹਨਾਂ ਨੇ ਮੁੜ ਕੇ ਪਟੀਸ਼ਨ ਪਾਤੀ ਇੱਕ ਹੋਰ ਵੀ ਅਸੀਂ ਦੁਬਾਰਾ ਫਿੰਗਰ ਕਰਾਉਣੇ ਹੈਗੇ ਆ, ਉਹ ਵੀ ਮਾਨਯੋਗ ਅਦਾਲਤ ਨੇ ਇਹਨਾਂ ਦੀ ਉਹ ਖਾਰਜ ਕੀਤੀ ਹੈਗੀ ਆ। ਜੀ ਭਾਈ ਸਾਹਿਬ ਜੀ, ਕੌਮ ਦੇ ਜਿਹੜੇ ਆਗੂ ਹੈਗੇ ਨੇ ਕੀ ਉਹਨਾਂ ਦੇ ਤੁਹਾਡੇ ਨਾਲ ਉਸ ਤਰੀਕੇ ਨਾਲ ਸਾਥ ਦਿੱਤਾ ਜਿੱਦਾਂ ਦੀਆਂ ਉਹ ਡਿੰਗਾ ਸਟੇਜਾਂ ਦੇ ਉੱਪਰ ਮਾਰਦੇ ਹੁੰਦੇ ਨੇ? ਬਾਈ ਜੀ ਸਾਰੀ ਕੌਮ ਮੇਰੇ ਨਾਲ ਹੈਗੀ ਆ, ਜਾਣੀ ਕਿ ਜਿਹੜੇ ਸਰਬੱਤ ਖਾਲਸਾ ਵੱਲੋਂ ਥਾਪੇ ਹੋਏ ਜਥੇਦਾਰ ਆ ਇਹਨਾਂ ਤੱਕ ਅਸੀਂ ਮਿਹਨਤਾਂ ਵੀ ਕੀਤੀਆਂ ਵੀ ਅਗਰ ਕਿਉਂਕਿ ਵਕੀਲ ਕਰ ਦਿਓ, ਇਹਨਾਂ ਨੇ ਕੋਈ ਵੀ ਵਕੀਲ ਕਰਨ ਦੀ ਆਪਣੀ ਉਹ ਨਹੀਂ ਜ਼ਰੂਰਤ ਨਹੀਂ ਸਮਝੀਗੀ, ਸਾਨੂੰ ਲਾਰੇ ਹੀ ਲਾਉਂਦੇ ਰਹੇ ਹੈਗੇ ਆ। ਤੇ ਦੂਜੇ ਜਥੇਦਾਰ ਜਿਹੜੇ ਜਿਨ੍ਹਾਂ ਨੂੰ ਕਿਹਾ ਜਾਂਦਾ ਕਿ ਬਾਦਲ ਕਹਿੰਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣੀ ਜਿੱਦਾਂ ਹੈਗੇ ਨੇ? ਗਿਆਨੀ ਹਰਪ੍ਰੀਤ ਸਿੰਘ ਨੂੰ ਮੈਂ ਖੁਦ ਮਿਲਿਆ ਸੀ ਵਾਹਿਗੁਰੂ ਜੀ ਦਰਬਾਰ ਸਾਹਿਬ ਦੇ ਵਿੱਚ ਹੀ। ਮੈਂ ਕਿਹਾ ਜੀ ਐਂ ਕਰਕੇ ਬੇਨਤੀ ਆ, ਮੈਂ ਇਕੱਲਾ ਤਰੀਕ ਤੇ ਜਾਣਾ ਹੈਗਾ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈਗੀ ਆ, ਤੇ ਤੁਸੀਂ ਮੈਂ ਤੁਹਾਡੇ ਕੋਲ ਬੇਨਤੀ ਕਰਨੀ ਆਇਆ, ਮੈਨੂੰ ਕੁਝ ਨਹੀਂ ਚਾਹੀਦਾ ਵੀ 4-5 ਸਿੰਘ ਦੀ ਡਿਊਟੀ ਲਾਓ, ਤਰੀਕ ਤੇ ਜਾਇਆ ਕਰਨ, 10-15 ਦਿਨ ਤਰੀਕ ਪੈਂਦੀ ਆ। ਪਹਿਲਾਂ ਤਾਂ ਗੱਲ ਤੁਹਾਨੂੰ ਤਿਆਰ ਨਹੀਂ ਸੀਗਾ, ਜਦੋਂ ਰੁਕ ਗਿਆ ਇੱਕ ਮਿੰਟ ਮੈਨੂੰ ਕਹਿੰਦਾ ਅੱਛਾ ਸੇਵਕ ਸਿੰਘ ਤੂੰ ਆ, ਗੁਰਸੇਵਕ ਸਿੰਘ ਤੂੰ? ਮੈਂ ਕਿਹਾ ਹਾਂਜੀ ਮੈਂ। ਤੂੰ ਫੌਜੀ? ਮੈਂ ਕਿਹਾ ਹਾਂਜੀ। ਅੱਛਾ ਤੂੰ ਗਵਾਹ ਬਣਿਆ? ਮੈਂ ਕਿਹਾ ਹਾਂਜੀ ਮੈਂ ਗਵਾਹੀ ਦਿੱਤੀ ਆ। ਕਹਿੰਦਾ ਤੈਨੂੰ ਕਿਹਨੇ ਕਿਹਾ ਸੀ ਗਵਾਹੀ ਦੇ, ਤੇਰੇ ਪਿੰਡ ਹੋਰ ਨਹੀਂ ਕਿਸੇ ਨੂੰ ਪਤਾ ਵੀ ਬੇਅਦਬੀ ਕੀਤੀ ਹੈ? ਮੈਂ ਕਿਹਾ ਜੀ ਪਤਾ। ਤੇ ਕਹਿੰਦਾ ਉਹਨਾਂ ਨੇ ਉਹ ਕਿਉਂ ਵੀ ਉਹਨਾਂ ਨੇ ਕਿਉਂ ਨਹੀਂ ਤੂੰ ਕਦੋਂ ਦਿੱਤੀ ਆ? ਮੈਂ ਕਿਹਾ ਵਾਹਿਗੁਰੂ ਜੀ ਮੈਂ ਦੇਤੀ, ਬਸ ਗੱਲ ਖਤਮ, ਗੁਰੂ ਦਾ ਮਸਲਾ ਹੈਗਾ। ਇੰਨੀ ਗੱਲ ਕਹਿ ਕੇ ਕਹਿੰਦਾ ਖਾਂਦਾ ਰਿਹਾ ਧੱਕੇ, ਇੰਨੀ ਗੱਲ ਕਹਿ ਕੇ ਗਾਂਹ ਤੁਰ ਗਿਆ ਜੀ ਉਹ। ਜ਼ਰੂਰ ਕਮੈਂਟ ਕਰਕੇ ਦੱਸਿਓ ਜੀ। ਫੌਜੀ ਸਾਹਿਬ ਦਾ ਕਹਿਣਾ ਹੈਗਾ ਕਿ ਮੈਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਮਿਲਿਆ ਸੀਗਾ ਤੇ ਉਹਨਾਂ ਨੇ ਮੈਨੂੰ ਆਖਿਆ ਕਿ ਪਿੰਡ ਦੇ ਵਿੱਚ ਹੋਰ ਵੀ ਤਾਂ ਬੰਦੇ ਹੈਗੇ ਹੀ ਸੀਗੇ, ਉਹਨਾਂ ਨੇ ਗਵਾਹੀ ਨਹੀਂ ਦਿੱਤੀ, ਤੂੰ ਇਕੱਲੇ ਨੇ ਗਵਾਹੀ ਦਿੱਤੀ ਤਾਂ ਹੁਣ ਭੁਗਤਦਾਰ ਹੈ। ਜ਼ਰੂਰ ਕਮੈਂਟ ਕਰਿਓ। ਫੌਜੀ ਸਾਹਿਬ ਕੋਰਟ ਕਚਹਿਰੀਆਂ ਜਦੋਂ ਆਪਾਂ ਜਾਂਦੇ ਹਾਂ ਤੇ ਜਿੱਦਾਂ ਨਾ ਸੁਣਦੇ ਹਾਂ ਵੀ ਰਾਹ ਪਿਆ ਜਾਣੀਆਂ ਜਾਂ ਵਾਹ ਪਿਆ ਜਾਣੀਆਂ, ਵੀ ਕੋਰਟ ਕਚਹਿਰੀਆਂ ਦੀਆਂ ਕੰਧਾਂ ਵੀ ਪੈਸੇ ਮੰਗਦੀਆਂ, ਤੇ ਵਕੀਲ ਵੀ ਕਈ ਵਾਰ ਆਪਾਂ ਸੁਣਦੇ ਹਾਂ ਕਿ ਵਕੀਲ ਵੀ ਕਈ ਵਾਰ ਦੂਜੇ ਪਾਸੇ ਦੀ ਬੋਲੀ ਬੋਲ ਜਾਂਦੇ ਆ। ਇੱਦਾਂ ਦੀਆਂ ਸਮੱਸਿਆਵਾਂ ਵੀ ਕੋਈ ਆਈਆਂ ਤੁਹਾਨੂੰ? ਵਾਹਿਗੁਰੂ ਜੀ ਗੁਰੂ ਨੇ ਮਿਹਰ ਰੱਖੀ, ਸਮੱਸਿਆ ਤਾਂ ਆਉਂਦੀਆਂ ਹੀ ਹੈਗੀਆਂ, ਪਰ ਉਹਨੇ ਗੁਰੂ ਗ੍ਰੰਥ ਸਾਹਿਬ ਨੇ ਆਪਣੇ ਮੇਰੇ ਸਿਰ 'ਤੇ ਹੱਥ ਧਰ ਕੇ ਜੋ ਕੁਛ ਕਰਵਾਇਆ ਉਹਨੇ ਆਪ ਹੀ ਕੀਤਾ। ਮੈਨੂੰ ਤਾਂ ਕਹਿੰਦੇ ਹੁੰਦੇ ਆ ਵੀ ਕੌਮ ਮੇਰੇ ਨਾਲ ਆ, ਪਰ ਜਥੇਦਾਰ ਨੇ ਕਿਸੇ ਜੋ ਹੁਣ ਬਾਲੇ ਕਰੀ ਜਾਂਦੇ ਹੈਗੇ ਕਿਸੇ ਨੇ ਮੇਰਾ ਸਾਥ ਨਹੀਂ ਦਿੱਤਾ ਗਾ। ਫੌਜੀ ਸਾਹਿਬ ਬਹੁਤ ਸਾਰੇ ਸੱਜਣ ਜ਼ਰੂਰ ਚਾਹੁੰਦੇ ਹੋਣਗੇ ਕਿ 4 ਨਵੰਬਰ ਨੂੰ ਵਾਪਰਿਆ ਕੀ ਸੀ ਤੜਕੇ, ਤੁਸੀਂ ਕੀ ਦੇਖਿਆ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਗਏ ਦਰਸ਼ਨ ਦੀਦਾਰੇ ਕਰਨ ਵਾਸਤੇ, ਜਿੱਦਣ ਦੀ ਇਹ ਘਟਨਾ ਹੈਗੀ ਆ 2015 ਦੀ? ਇਹ ਜੀ ਤਕਰੀਬਨ 4:30 ਪੌਣੇ 5 ਵਜੇ ਦੀ ਗੱਲ ਹੈਗੀ, ਜਦੋਂ ਮੈਂ ਘਰੋਂ ਗਿਆ 4:30 ਵਜੇ, ਤੇ ਰਾਹ ਦੇ ਵਿੱਚ ਇਹ ਬੰਦੇ ਰਾਹ ਦੇ ਵਿੱਚ ਖੜੇ ਸੀ ਦੋਨੋਂ, ਇਹਨਾਂ ਕੋਲ ਝੋਲਾ ਸੀਗਾ, ਇਹ ਲਾਈਟ ਵਿੱਚ ਖੜੇ ਸੀ, ਮੈਂ ਹਨੇਰੇ ਜਾਣੀ ਕਿ 20-25 ਗਜ਼ ਦਾ ਹੀ ਫਾਸਲਾ ਸੀਗਾ, ਕੋਈ ਲਾਈਟ ਕੋਠੇ ਦਾ ਉਹਲਾ ਸੀਗਾ। ਜਦੋਂ ਮੈਂ ਗਾਂਹ ਗਿਆ ਇਹਨਾਂ ਨੇ ਬੰਦੇ ਨੇ ਅਮਨਦੀਪ ਸਿੰਘ ਨੇ ਆਪਣੇ ਝੋਲੇ 'ਚ ਛੁੱਟਿਆ ਕੱਢ ਕੇ ਬਾਹਰ, ਮੈਂ ਤਾਂ ਆਪਣੇ ਚਲਾ ਗਿਆ। ਫਿਰ ਜਦੋਂ ਗਾਂਹ ਗਿਆ ਕਿੱਲਾ ਕਿ ਮੇਰੇ ਮਨ 'ਚ ਕੁਦਰਤੀ ਪੈ ਗਿਆ, ਮੈਂ ਕਿਹਾ ਕੀ ਸੁੱਟਿਆ, ਜਦੋਂ ਨਾਲ ਕਹਿੰਦੇ ਸੇਵਕ ਫੌਜੀ ਜਾਂਦਾ ਹੈਗਾ। ਮੈਂ ਉੱਥੋਂ ਮੁੜ ਕੇ ਆਇਆ ਤੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਇਹਨਾਂ ਨੇ ਕੱਢ ਕੇ ਖਿਲਾਰਿਆ। ਮੈਂ ਉੱਥੇ ਹੀ ਮੁੜਿਆ, ਮੁੜ ਕੇ ਪਿੱਛੇ ਆਇਆ, ਇੱਕ ਤਾਂ ਹੋਰ ਮੋੜ ਦੇ ਉੱਤੇ ਖਿਲਰੇ ਪਏ। ਮੁੜ ਕੇ ਆਉਣ ਸਾਰੀ ਮੈਂ ਫਟਾਫਟ ਇੱਥੇ ਆਪਣਾ ਘਰਾਂ 'ਚ ਦੱਸਿਆ, ਜਾ ਕੇ ਗੁਰਦੁਆਰਾ ਸਾਹਿਬ ਹੁੱਕਾ ਦਵਾਇਆ ਵੀ ਐਂ ਕਰਕੇ ਉੱਥੇ ਬੇਅਦਬੀ ਹੋਈ ਪਈ ਆ। ਫਿਰ ਆਪਣਾ ਸੰਗਤਾਂ ਇਕੱਠੀਆਂ ਹੋਈਆਂ। ਇਹ ਪ੍ਰੇਮੀ ਬੰਦੇ ਸਭ ਤੋਂ ਪਹਿਲਾਂ ਇਹਨਾਂ ਦੇ ਭਰਾ, ਇਹਨਾਂ ਦਾ ਪਿਓ, ਜਿੱਥੇ ਸੰਗਤ ਇਕੱਠੀ ਹੋਈ ਸੀ ਉੱਥੇ ਚਾਹ ਦੁੱਧ ਲੈ ਕੇ ਆਏ ਪਿਉਣ ਵਾਸਤੇ। ਮੈਂ ਉੱਥੇ ਜੋ ਸੰਗਤਾਂ ਇਕੱਠੀਆਂ ਹੋਈਆਂ ਮੈਂ ਦੱਸਦਾ ਸੀ, ਮੈਂ ਕਿਹਾ ਜੀ ਬੇਅਦਬੀ ਇਹਨਾਂ ਲੋਕਾਂ ਨੇ ਕੀਤੀ ਹੈਗੀ ਆ, ਇਹਨਾਂ ਨੇ ਸਾਰਾ ਕੁਛ ਮੈਂ ਦੇਖ ਲਿਆ ਇਹਨਾਂ ਦਾ, ਤੇ ਜਿਹਨੇ ਬੇਅਦਬੀ ਕੀਤੀ ਉਹ ਬੰਦਾ ਨਹੀਂ ਆਇਆ, ਬਾਕੀ ਉਹਦਾ ਪਿਓ ਉਹਦੇ ਭਰਾ ਸਾਰੇ ਸੀਗੇ, ਦੁੱਧ ਸੰਗਤ ਨੂੰ ਪਿਆਉਂਦੇ ਫਿਰਦੇ ਸੀਗੇ। ਮੈਨੂੰ ਫਿਰ ਪਿੰਡ ਵਾਲੇ ਕਹਿਣ ਲੱਗੇ ਆਪਣੇ ਪਿੰਡ ਦਾ ਨਾਂ ਤਾਂ ਪਹਿਲੇ ਬਹੁਤ ਤਾਂ ਚੜ੍ਹ ਗਿਆ, ਬਹੁਤ ਜ਼ਿਆਦਾ ਬੇਇੱਜ਼ਤੀ, ਆਪਾਂ ਪਿੰਡ ਵਿੱਚ ਅੱਗ ਨਹੀਂ ਪਾਉਣੀ, ਤੁਸੀਂ ਕਿਤੇ ਨਾਂ ਨਹੀਂ ਲੈਣਾ।
ਅੱਛਾ, ਜਿਨ੍ਹਾਂ ਨੇ ਬੇਅਦਬੀ ਕੀਤੀ ਸੀ ਮੂੰਹ ਬੱਧੇ ਹੋ ਸਕੇ, ਪਿੰਡ ਦੇ ਹੀ ਬੰਦੇ ਨੇ ਉਹ? ਨਹੀਂ ਜੀ, ਮੂੰਹ ਨੰਗੇ ਸੀ, ਕੁਝ ਨਹੀਂ ਸੀ ਮੂੰਹ ਬੱਦਾ। ਮੇਰੇ ਪਿੰਡ ਦੇ ਮੇਰੇ ਸਾਡਾ ਸਕਾ ਹੀ ਆ ਅਮਨਦੀਪ ਸਿੰਘ ਦੀਪਾ, ਮੇਰੇ ਫਾਦਰ ਸਾਹਿਬ ਦੇ ਚਾਚੇ ਦਾ ਸਕਾ ਪੁੱਤਰ ਹੈਗਾ। ਤੇ ਇੱਕ ਮਿੱਠੂ ਮਾਣਾ, ਉਹ ਹੈ ਤਾਂ ਸਾਡੇ ਗੁਆਂਢੀ ਹੈ, ਥੋੜਾ ਖੇਤਾਂ 'ਚ ਰਹਿੰਦੇ, ਖੇਤ ਦਾ ਗੁਆਂਢੀ ਹੈਗਾ। ਤੁਹਾਡੇ ਮਤਲਬ ਪਿੰਡ ਦੇ ਹੀ ਆ ਸਾਰੇ? ਇੱਕ ਮੇਰਾ ਖਿਆਲ ਤੁਸੀਂ ਦੱਸਦੇ ਸੀਗੇ ਸ਼ਾਇਦ ਪਿੰਡੋਂ ਬਾਹਰ ਹੋਰ ਕਿਸੇ ਪਿੰਡ ਦਾ। ਇਹ ਜੀ ਇੱਕ ਪਿਰਥੀ ਸਿੰਘ ਆ ਆਪਣਾ ਬਾਘੇ ਪੁਰਾਣੇ ਦਾ, ਇੱਕ ਸੀਗਾ ਦਵਿੰਦਰ ਸਿੰਘ ਹਰਗੇ ਵਾਲੇ ਤੋਂ, ਇੱਕ ਸੀਗਾ ਸਰਨਾਮ ਸੱਤਾ ਬਾਘੇ ਪੁਰਾਣੇ ਤੋਂ। ਇਹਨਾਂ ਨੂੰ ਬਰੀ ਕਰਤਾ, ਬਰੀ ਸਰਕਾਰ ਨੇ ਕਰਾਇਆ, ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਰੀ ਕਰਾਇਆ। ਸਾਨੂੰ ਤਾਂ 7 ਸਾਲ ਤੱਕ ਧੱਕੇ ਖਾਂਦੇ ਨੂੰ ਹੋ ਗਏ ਆ, ਤੇ ਨਾਲ ਦੀ ਨਾਲ ਜ਼ਮਾਨਤ ਕਰਵਾਤੀ। ਇਹ ਤਾਂ ਕਹਿੰਦੇ ਵੀ ਅਸੀਂ ਸਜ਼ਾ ਦਵਾਈ ਆ, ਇਹਨਾਂ ਨੇ ਬੰਦੇ ਬਰੀ ਕਰਾਇਆ, ਸਜ਼ਾ ਨਹੀਂ ਕਰਵਾਈ ਇਹਨਾਂ ਲੋਕਾਂ ਨੇ। ਭਾਈ ਸਾਹਿਬ ਜੀ, ਕੁਝ ਕਹਿਣਾ ਚਾਹੁੰਦੇ ਹੋ? ਦੁਨੀਆ ਭਰ ਵਿੱਚ ਬੈਠ ਕੇ ਤੁਹਾਨੂੰ ਸਿੱਖ ਸੁਣ ਰਹੇ ਨੇ, ਕੁਝ ਕਹਿਣਾ ਚਾਹੁੰਦੇ ਹੋ ਸਿੱਖ ਸੰਗਤਾਂ ਨੂੰ? ਮਨ ਦੀਆਂ ਭਾਵਨਾਵਾਂ ਹੁੰਦੀਆਂ ਨੇ, ਕਈ ਵਾਰ ਬੰਦਾ ਨਾ ਜਦੋਂ 7 ਵਰੇ ਲੜਾਈ ਲੜਨੀ ਬਹੁਤ ਵੱਡੀ ਗੱਲ ਹੁੰਦੀ ਹੈ। ਮੈਨੂੰ ਲੱਗਦਾ ਕਿ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ। ਜਿੰਨੇ ਵੀ ਸੱਜਣ ਗੱਲਬਾਤ ਸੁਣ ਰਹੇ ਨੇ, ਫੌਜੀ ਸਾਹਿਬ ਦੇ ਅੰਦਰ ਬਹੁਤ ਕੁਝ ਚੱਲਦਾ ਪਿਆ ਹੋਊਗਾ, ਕਿਉਂਕਿ ਇੱਕ ਤਾਂ ਹੁੰਦੀ ਹੈ ਜਦੋਂ ਕੋਈ ਘਟਨਾ ਵਾਪਰਦੀ ਹੈਗੀ ਆ, ਉਸ ਵੇਲੇ ਦੂਰ ਦਰਾਡਿਆਂ ਤੋਂ ਵੱਡਾ ਹਜੂਮ ਆ ਕੇ ਇਕੱਠਾ ਹੋ ਜਾਂਦਾ ਹੈਗਾ। ਇੱਕ ਦਿਨ ਬੀਤਦਾ ਹੈਗਾ, 2 ਦਿਨ 4 ਦਿਨ ਵੀ ਚੱਲਿਆ ਜਾ ਸਕਦਾ ਹੈਗਾ, ਪਰ ਜਦੋਂ ਲੰਮੀ ਲੜਾਈ ਲੜਨੀ ਪੈਂਦੀ ਹੈ, ਜਦੋਂ ਬਾਰ-ਬਾਰ ਤਰੀਕਾਂ ਤੇ ਜਾਣਾ ਪੈਂਦਾ ਹੈਗਾ, ਤਾਂ ਸਿਆਣੇ ਜਿੱਦਾਂ ਕਹਿੰਦੇ ਕਿ ਪਹਿਲੇ ਦਿਨ ਤਾਂ ਮੇਲਾ ਲੱਗਦਾ ਪੂਰਾ, ਪਰ ਜਦੋਂ ਬਾਰ-ਬਾਰ ਤਰੀਕਾਂ ਤੇ ਜਾਣਾ ਪੈਂਦਾ ਤੇ ਉਸ ਵੇਲੇ ਤਰੀਕ ਜਿਹਨੇ ਭੁਗਤਣ ਜਾਣਾ ਹੁੰਦਾ ਜਾਂ ਜਿਹੜਾ ਗਵਾਹ ਹੁੰਦਾ ਹੈਗਾ, ਉਹ ਵਿਚਾਰਾ ਇਕੱਲਾ ਹੀ ਰਹਿ ਜਾਂਦਾ ਹੈਗਾ ਕਈ ਵਾਰ। ਸੋ ਬਹੁਤ ਕੁਝ ਚੱਲਦਾ ਹੋਊਗਾ ਤੁਹਾਡੇ। ਗੁਰੂ ਸਾਹਿਬ ਦੀ ਬੇਅਦਬੀ ਹੋਈ ਹੈ, ਕੋਈ ਸਜ਼ਾ ਨਹੀਂ ਹੋਈ। ਆਪਾਂ ਜੇ ਕਹਿੰਦੇ ਸਜ਼ਾ ਹੋਈ ਹੈ, ਸਾਡੇ ਦਿਲ ਜੇ ਕਹਿੰਦੇ ਹੁੰਦੇ ਦਿਖਾਈ ਹੈ ਛਾਨ ਤੇ ਜੀ ਵੀ ਸਜ਼ਾ ਨਹੀਂ ਹੋਈ ਇਹਨਾਂ ਨੂੰ। ਜਿਵੇਂ ਅਰਬ ਕੰਟਰੀਆਂ ਵਿੱਚ ਸਜ਼ਾ ਹੁੰਦੀ, ਹੱਥ ਪੈਰਾਂ ਦੇ ਵੱਢੇ ਜਾਂਦੇ, ਤਾਂ ਵੀ ਸਜ਼ਾ ਥੋੜੀ ਸੀ। ਗੁਰੂ ਗ੍ਰੰਥ ਸਾਹਿਬ 1 ਮਿੰਟ ਦੇ ਵਿੱਚ ਧਰਤੀ ਦੇ ਆਕਾਸ਼ ਨੂੰ ਐ ਕਰ ਕਹਿੰਦੇ ਹੁੰਦੇ ਚੱਕੀ ਨੂੰ ਪੀਸ ਕੇ ਰੱਖ ਸਕਦਾ ਹੈਗਾ। ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ, ਕੋਈ ਮਾੜੀ ਮੋਟੀ ਗੱਲ ਨਹੀਂ। ਇਹ ਸਜ਼ਾ ਸੁਜਾ ਨਹੀਂ ਹੋਈ। ਸਜ਼ਾ ਤਾਂ ਮਹਾਰਾਜ ਗੁਰੂ ਨਾਨਕ ਸੱਚੇ ਪਾਤਸ਼ਾਹ ਆਪ ਹੀ ਇਹਨਾਂ ਦੇ ਕੀੜੇ ਪਾ ਕੇ ਆਪ ਹੀ ਸਜ਼ਾ ਲੈਣਗੇ। ਜਿਵੇਂ ਹੁਣ ਇਹਨਾਂ ਨੇ ਆਪ ਹੀ ਦੋਸ਼ੀ ਨੰਗੇ ਕੀਤੇ, ਅਸੀਂ ਕੌਣ ਹੁੰਦੇ ਆ? ਦੋਸ਼ੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਹੀ ਨੰਗੇ ਕੀਤੇ ਹੋ ਗਿਆ। ਇਹ ਤਾਂ ਕਹਿੰਦੇ ਅਸੀਂ ਬੇਦਬੀਆਂ ਕਰਦੇ ਨੇਗੇ, ਇਹ ਤਾਂ ਕਹਿੰਦੇ ਅਸੀਂ ਤਾਂ ਲੋਕ ਸੇਵਾ ਕਰਦੇ, ਖੂਨਦਾਨ ਕੈਂਪ ਲਾਉਣੇ ਆ, ਲੋਕਾਂ ਦੇ ਵਿਆਹ ਕਰਦੇ ਹੈਗੇ ਆ, ਗਰੀਬਾਂ ਦੇ ਘਰ ਪਾ ਕੇ ਦਿੰਦੇ। ਇਹ ਤਾਂ ਇੱਕ ਟਕਵੰਜਾ, ਉਹ ਸੌਦਾ ਸਾਧ ਬਲਾਤਕਾਰੀ ਹੈਗਾ, ਕਾਤਲ ਹੈਗਾ। ਉਹ ਡੇਰੇ ਵਿੱਚ ਹਜੇ ਕਿਹੜਾ ਡੇਰੇ ਬੰਦ ਹੋ ਗਏ ਹੈਗੇ, ਡੇਰੇ ਇਹਨਾਂ ਦੇ ਕੰਮ ਚੱਲੀਆਂ। ਮੇਰੀ ਪੰਜਾਬ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਆ, ਜਿੰਨੇ ਪੰਜਾਬ ਦੇ ਵਿੱਚ ਡੇਰੇ ਹੈਗੇ ਆ, ਇਹ ਡੇਰੇ ਜੋ ਸਾਡੇ ਭਾਈਚਾਰਕ ਸਾਂਝ ਆ, ਇਹਦੇ ਵਿੱਚ ਕੜੱਤਣ ਪੈਦਾ ਕਰਦੇ ਹੈਗੇ ਆ। ਇਹ ਡੇਰੇ ਬੰਦ ਹੋਣੇ ਚਾਹੀਦੇ ਪੰਜਾਬ ਦੇ ਵਿੱਚੋਂ ਖਾਸ ਕਰਕੇ। ਨਹੀਂ ਤਾਂ ਭਗਵੰਤ ਮਾਨ ਤੇਰਾ ਹਾਲ ਬਾਦਲ ਕਹਿਣਾ ਤੇ ਕੈਪਟਨ ਵਾਲਾ ਹੋਣਾ। ਜਿਹੜੀ ਸਰਕਾਰ ਹੁੰਦੀ ਆ, ਉਹੀ ਇਹ ਡੇਰੇ ਦੀ ਪੁਸਤ ਪਨਾਈ ਕਰਦੀ ਵੋਟਾਂ ਦੀ ਖਾਤਰ। ਪਹਿਲਾਂ ਬਾਦਲ ਕਹਿਣੇ ਕੀਤੀ ਆ, ਮੁੜ ਕੇ ਕੈਪਟਨ ਨੇ ਕੀਤੀ, ਤਾਂ ਹੁਣ ਆਮ ਆਦਮੀ ਪਾਰਟੀ ਵੀ ਉਹੀ ਕੰਮ ਕਰ ਰਹੀ ਹੈਗੀ ਆ। ਇਹ ਕਿਹੜੇ ਬੰਦੀ ਸਿੰਘ ਹੈਗੇ ਆ, ਸੌਦਾ ਸਾਹਿਬ ਤਾਂ ਪਰੋਲ ਤੇ 6 ਵਾਰੀ ਆ ਗਿਆ ਬਾਹਰ। ਜਿਹੜੇ ਬੰਦੀ ਸਿੰਘ ਆਪਣੇ 3 ਵਾਰੀ ਸਜ਼ਾ ਪੂਰੀਆਂ ਕਰੀ ਬਿੱਠੇ ਵਿਚਾਰੇ ਸਿੰਘ। ਇੱਕ ਉਹਨਾਂ ਦਾ ਇਹਨੂੰ ਪੰਜਾਬ ਸਰਕਾਰ ਨੂੰ ਸੋਚਣਾ ਚਾਹੀਦਾ, ਉਹਨਾਂ ਨੂੰ ਆਪਣਾ ਜਲਦੀ ਪਰੋਲ ਮਿਲਣੀ ਚਾਹੀਦੀ, ਆਪਣੇ ਘਰਾਂ ਵਿੱਚ ਆਉਣ। ਜਿਹਨਾਂ ਨੂੰ 3 ਵਰਿਆਂ ਦੀ ਸਜ਼ਾ ਹੋਈ, ਡੇਰਾ ਪ੍ਰੇਮੀ ਤੁਹਾਡੇ ਜਿਹਨਾਂ ਨੂੰ ਸਜ਼ਾ ਹੋਈ ਆ, ਤੁਸੀਂ ਗਵਾਹੀ ਦਿੱਤੀ, ਉਹ ਜ਼ਮਾਨਤ ਹੋ ਗਈ ਉਹਨਾਂ ਦੀ, ਘਰ ਬਾਹਰ ਆ ਗਏ? ਨਾਲ ਦੀ ਨਾਲ ਜ਼ਮਾਨਤ ਤੋਂ ਨਾਲ ਦੀ ਨਾਲ ਹੀ ਬਾਹਰ ਆ ਗਈ ਆ। ਅਸੀਂ ਧੱਕੇ ਖਾਧੇ ਇੱਕ ਦਿਨ ਦੇ, ਅਸੀਂ ਤਾਂ ਇੱਕ ਦਿਨ ਦਾ ਵੀ ਸਾਡੇ ਬਰਾਬਰ ਨਹੀਂ ਹੋਇਆ, 7 ਸਾਲ ਧੱਕੇ ਖਾਧੇ ਆ, ਤੇ ਉਹ ਨਾਲ ਦੀ ਨਾਲ ਹੀ 4:30 ਵਜੇ ਆਪਣੇ ਘਰੇ ਆ ਗਏ ਆ ਜ਼ਮਾਨਤ ਕਰਵਾ ਕੇ। ਫੌਜੀ ਸਾਹਿਬ, ਕਦੀ ਦੇਖਿਆ ਪਿੰਡ 'ਚ ਆਸੇ-ਪਾਸੇ ਵਿਚਰਦਿਆਂ ਪਈ ਲੱਗਦਾ ਹੋਵੇ ਕਿ ਕਦੀ ਮਹਿਸੂਸ ਕਰਦੇ ਆ, ਫੀਲ ਕਰਦੇ ਆ ਵੀ ਯਾਰ ਸਾਡੇ ਤੋਂ ਗਲਤੀ ਹੋ ਗਈ ਆ, ਜਾਂ ਹੱਲੇ ਵੀ ਜਿਉਂਦੇ ਤਿਉਂ ਹੀ ਆ? ਵਾਹਿਗੁਰੂ ਜੀ ਉਹ ਮੰਨਦੇ ਨਹੀਂ ਗੇ। ਉਹ ਤਾਂ ਕਹਿੰਦੇ ਸਾਡਾ ਤਾਂ ਪਿਤਾ ਜੀ ਹੈਗਾ, ਇਹ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨਹੀਂ। ਕਿਉਂ? ਸਾਨੂੰ ਪਤਾ ਉਹਦਾ ਭਰਾ ਇੱਥੇ ਲੋਕਾਂ ਕੋਲ ਕਹਿੰਦਾ ਤੁਸੀਂ ਕਾਹਤੋਂ ਜਾਂਦੇ ਮੱਥਾ ਟੇਕਦੇ ਹੋ, ਤਾਂ ਕਿਤਾਬ ਹੈਗੀ ਆ। ਲੋਕ ਮੈਨੂੰ ਕਹਿੰਦੇ ਆ ਨਾ ਵੀ ਐਂ ਕਰਕੇ ਐਂ ਕਹਿੰਦੇ, ਤੇ ਮੈਂ ਕਿਹਾ ਤੁਸੀਂ ਕੀ ਕਰਦੇ ਹੋ? ਤੁਸੀਂ ਤੁਹਾਡੇ ਜਾਣਕ ਹੈ ਨਹੀਂ ਗੀ ਵੀ ਤੁਹਾਡੇ ਸਾਹਮਣੇ ਤੁਹਾਡੇ ਗੁਰੂ ਨੂੰ ਕਿਤਾਬ ਕਹਿ ਰਿਹਾ ਹੈਗਾ, ਤੇ ਤੁਸੀਂ ਕੀ ਕਰਦੇ ਹੋ? ਭਰਾਵਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨਹੀਂ ਗੇ, ਗੁਰੂ ਨੂੰ ਕਿਤਾਬ ਹੀ ਮੰਨਦੇ ਹੈਗੇ ਆ। ਗੁਰੂ ਸਾਹਿਬ ਬਾਰੇ ਮਿੱਥ ਬਣਾਉਣਾ ਮੇਰੀ ਮਿੰਨਤ ਆ। ਜੀ ਜ਼ਰੂਰ। ਸੋ ਤੁਸੀਂ ਦੇਖਿਆ ਜੀ, ਮੈਨੂੰ ਲੱਗਦਾ ਕੋਈ ਗੱਲ ਰਹਿ ਨਹੀਂ ਗਈ ਹੈਗੀ। ਸਨ 2015 4 ਨਵੰਬਰ ਨੂੰ ਇਹ ਘਟਨਾ ਵਾਪਰੀ ਸੀਗੀ। ਤੜਕੇ 4:30 ਵਜੇ ਦੇ ਕਰੀਬ ਫੌਜੀ ਸਾਹਿਬ ਆਪਣੇ ਘਰ ਤੋਂ ਜਦੋਂ ਗੁਰੂ ਘਰ ਨੂੰ ਜਾਂਦੇ ਆ, ਤੇ ਰਸਤੇ ਦੇ ਵਿੱਚ ਬਿਲਕੁਲ ਫੌਜੀ ਸਾਹਿਬ ਨੇ ਜਿਵੇਂ ਦੱਸਿਆ ਕਿ ਮੂੰਹ ਖੁੱਲ੍ਹੇ ਸੀਗੇ, ਉਹਨਾਂ ਨੇ ਆਪਣਾ ਚਿਹਰਾ ਵੀ ਨਹੀਂ ਲੁਕਾਇਆ। ਕਿੰਨੇ ਬੇਖੌਫ ਹੋ ਕੇ ਉਹ ਲੋਕ ਵਿਚਰਦੇ ਰਹੇ ਉਹਨਾਂ ਸਮਿਆਂ ਦੇ ਵਿੱਚ। ਤੁਹਾਨੂੰ ਸਾਰਿਆਂ ਨੂੰ ਚੇਤੇ ਹੈਗਾ, ਮੈਂ ਬਾਰ-ਬਾਰ ਤਾਂ ਕਹਿੰਦਾ ਹੁੰਦਾ ਕਿ ਕੰਧਾਂ ਦੇ ਉੱਪਰ ਬਾਕਾਇਦਾ ਪੋਸਟਰ ਲਾਤੇ ਸੀਗੇ ਉਹਨਾਂ ਨੇ ਸਨ 2015 ਦੇ ਵਿੱਚ ਕਿ ਸਿੱਖੋ ਅਸੀਂ ਤੁਹਾਡਾ ਗੁਰੂ ਚੋਰੀ ਕੀਤਾ ਹੈ। ਸੋ ਉਸ ਤੋਂ ਬਾਅਦ ਆ ਮਲਕੇ ਦੇ ਵਿੱਚ ਘਟਨਾ ਵਾਪਰਦੀ ਹੈ, ਤਾਂ ਵੱਡਾ ਹਜ਼ੂਮ, ਵੱਡੇ ਇਕੱਠ ਹੁੰਦੇ ਰਹੇ, ਵੱਡੀਆਂ ਨਾਮਵਰ ਸ਼ਖਸੀਅਤਾਂ ਉਸ ਵੇਲੇ ਹਾਜ਼ਰੀ ਭਰਨ ਵਾਸਤੇ ਆਉਂਦੀਆਂ ਨੇ। ਪਰ ਮੈਨੂੰ ਲੱਗਦਾ ਕਿ ਇਹ ਇੱਕ ਦਰਦ ਫੌਜੀ ਸਾਹਿਬ ਦਾ ਨਹੀਂ ਹੈਗਾ, ਇਹ ਪੂਰੀ ਕੌਮ ਦਾ ਦਰਦ ਹੈਗਾ। ਇਹ ਸਾਰੇ ਉਹਨਾਂ ਦਾ ਦਰਦ ਹੈਗਾ ਜਿਹੜੇ, ਕਿਉਂਕਿ ਕੋਰਟ ਕਚਹਿਰੀਆਂ ਦੇ ਵਿੱਚ ਜਦੋਂ ਕੇਸ ਭੁਗਤਣੇ ਹੁੰਦੇ ਆ, ਤੇ ਉਸ ਵੇਲੇ ਨਾਲ ਸਾਥ ਦੀ ਲੋੜ ਹੁੰਦੀ ਹੈ, ਉਸ ਵੇਲੇ ਚਾਹੀਦਾ ਹੁੰਦਾ ਹੈਗਾ। ਉਸ ਵੇਲੇ ਸਾਡੇ ਵਰਗੇ ਮੀਡੀਏ ਵਾਲੇ ਨਾਲ ਨਹੀਂ ਜਾਂਦੇ ਹੈਗੇ।
ਕਿਉਂਕਿ ਜਦੋਂ ਵੱਡੇ ਇਕੱਠ ਹੁੰਦੇ ਉੱਥੇ ਸਾਰੀਆਂ ਸ਼ਖਸੀਅਤਾਂ ਆਉਂਦੀਆਂ ਕਿ ਸਾਡੇ ਚਿਹਰੇ ਦੁਨੀਆ ਦੇ ਸਾਹਮਣੇ ਆਉਣੇ ਹੈਗੇ ਆ। ਸੋ ਆਹ ਇੱਕ ਕੰਮ ਹੈਗਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈਗਾ। ਮੇਰੇ ਨਾਲ ਆਵਾਜ਼ੇ ਕੌਮ ਜਥੇਬੰਦੀ ਦੇ ਵੀਰ ਮਨਜੀਤ ਸਿੰਘ ਜੀ ਵੀ ਆਏ ਹੋਏ ਨੇ, ਕਰਤਾਰਪੁਰ ਨੋਬਲਜੀਤ ਸਿੰਘ ਜੀ ਆਏ ਹੈਗੇ ਨੇ। ਸਾਰਿਆਂ ਦੇ ਮਨ ਵਿੱਚ ਇੱਕ ਸਤਿਕਾਰ ਹੈਗਾ ਕਿ ਫੌਜੀ ਸਾਹਿਬ ਨੇ ਐਡੀ ਵੱਡੀ ਲੜਾਈ ਲੜੀ ਹੈ, ਵਰਨਾ ਜੇ ਇਹ ਨਾ ਲੜਦੇ, ਜਿਵੇਂ ਉਹ ਇਹਨਾਂ ਦੇ ਉੱਪਰ ਦਬਾਅ ਪਾਉਂਦੇ ਰਹੇ, ਪਿੰਡ ਦਾ ਵਾਸਤਾ ਵੀ ਪਾਉਂਦੇ ਹੋਣਗੇ ਕਿ ਭਾਈਚਾਰਾ ਹੈਗਾ ਜੀ ਪਿੰਡ, ਜਿਵੇਂ ਫੌਜੀ ਸਾਹਿਬ ਨੇ ਦੱਸਿਆ ਵੀ ਹੈਗਾ ਕਿ ਪਿੰਡ ਦੀ ਬਦਨਾਮੀ ਹੁੰਦੀ ਆ, ਗੱਲ ਨੂੰ ਢੱਕ ਲਓ, ਗੱਲ ਨੂੰ ਦੱਬ ਲਓ, ਪਰ ਫੌਜੀ ਸਾਹਿਬ ਦੇ ਹੰਝੂ ਦੱਸਦੇ ਆ ਕਿ ਉਹ ਆਪਣੇ ਅੰਦਰ ਇਸ ਬੇਅਦਬੀ ਨੂੰ ਨਹੀਂ ਸੀ ਦੱਬ ਸਕਦੇ। ਸਨਮਾਨਿਤ ਕਰਨ ਵਾਸਤੇ ਵੀ ਆਏ ਹੋਏ ਨੇ ਨੋਬਲਜੀਤ ਸਿੰਘ ਜੀ। ਨੋਬਲਜੀਤ ਸਿੰਘ ਜੀ, ਕੀ ਚੱਲਦਾ ਹੈਗਾ ਤੁਹਾਡੇ ਅੰਦਰ ਅੱਜ ਤੁਸੀਂ ਆਏ ਹੋ? ਦੇਖੋ, ਅੱਜ ਜਿੱਦਾਂ ਵੀਰ ਜੀ ਨੂੰ ਮਿਲ ਕੇ ਇਹ ਸਾਰੀ ਗੱਲ ਦੇ ਉੱਤੇ ਬੜਾ ਗਹਿਰਾਈ ਉਹਨਾਂ ਨੇ ਚਾਨਣਾ ਪਾਇਆ। ਇਹਦੇ 'ਚ 2-3 ਗੱਲਾਂ ਜਿਹੜੀਆਂ ਉਹ ਕਲੀਅਰ ਕਰਨ ਦੀ ਲੋੜ ਆ ਜੀ। ਇੱਕ ਤਾਂ ਪਹਿਲੀ ਇਹ ਗੱਲ ਆ ਵੀ ਇਹ ਜਿਹੜੇ ਡੇਰਾ ਪ੍ਰੇਮੀ ਆ ਜੀ, ਹੈ ਨਾ, ਇਹ 2015 ਦੇ ਵਿੱਚ ਇਹਨਾਂ ਨੂੰ ਕਿੰਨੀ ਜ਼ਿਆਦਾ ਸ਼ਹਿ ਸੀਗੀ, ਇਹ ਕਿੰਨੀ ਜ਼ਿਆਦਾ ਤਾਕਤ ਸੀਗੇ, ਜਿਨ੍ਹਾਂ ਨੇ ਇੱਕ ਡੇਰਾ, ਕੀ ਹੁੰਦਾ ਇੱਕ ਡੇਰਾ, ਉਹ ਵੀ ਇੱਕ ਹਰਿਆਣੇ ਦਾ ਡੇਰਾ, ਤੇ ਸਿੱਖਾਂ ਦੇ ਵਿਰੁੱਧ ਇੰਨੀ ਤਕੜੀ ਲਾਮਬੰਦੀ ਕਰ ਜਾਵੇ ਤੇ ਸਰਕਾਰ ਹੋਵੇ ਪੰਥਕ, ਬਾਦਲਾਂ ਦੀ ਸਰਕਾਰ ਹੋਵੇ ਤੇ ਉਹਨਾਂ ਦੀ ਇੰਨੀ ਤਕੜੀ ਉਹਨਾਂ ਦੀ ਲਾਮਬੰਦੀ ਹੋਈ ਹੋਵੇ ਕਿ ਵੀ ਉਹ ਸਾਡੇ ਗੁਰੂ ਨੂੰ ਲਲਕਾਰਨ, ਉਹ ਸਿੱਖਾਂ ਨੂੰ ਲਲਕਾਰਨ। ਇਹ ਐਦਾਂ ਕਦੀ ਪੰਜਾਬ 'ਚ ਹੋਇਆ ਨਹੀਂ, ਇਹ ਪਹਿਲੀ ਵਾਰ ਹੋਇਆ। ਜਿਹੜੇ ਆਪਣੇ ਸਿਰਾਂ ਤੇ ਨੀਲੀਆਂ ਪੱਗਾਂ ਮੰਨ ਕੇ ਕਹਿੰਦੇ ਸੀ ਨਾ ਅਸੀਂ ਤਾਂ ਪੰਥ ਦੀ ਸਰਕਾਰ ਆ, ਸ਼੍ਰੋਮਣੀ ਕਮੇਟੀ ਸਾਡੀ, ਸਾਰਾ ਪੰਥ ਸਾਡੇ ਨਾਲ, ਇਹ ਕਾਰਾ ਉਹਨਾਂ ਲੋਕਾਂ ਨੇ ਇਹ ਕੀਤਾ। ਪਰ ਮੈਂ ਇਹ ਸਾਡੇ ਜਿਹੜੇ ਫੌਜੀ ਵੀਰ ਹੈਗੇ ਆ, ਜਿਹੜੇ ਇਸ ਕੇਸ ਦੇ ਮੁੱਖ ਗਵਾਹ ਸੀਗੇ ਤਾਂ ਸਾਰੇ ਕਰਤਾ ਧਰਤਾ ਸੀਗੇ, ਇਹ ਯੋਧੇ ਆ। ਇਹਨਾਂ ਨੇ ਕੌਮ ਦੀ ਲੜਾਈ ਲੜੀ ਆ। ਇਹਨਾਂ ਦੀ ਕੋਈ ਨਿੱਜੀ ਲੜਾਈ ਨਹੀਂ ਸੀਗੀ, ਨਾ ਇਹਨਾਂ ਦੀ ਕੋਈ ਬੰਨੇ ਦੀ ਲੜਾਈ ਸੀਗੀ, ਨਾ ਇਹਨਾਂ ਦੀ ਕੋਈ ਨਿੱਜੀ ਕੰਧ ਦੀ ਲੜਾਈ ਸੀਗੀ। ਤੇ ਫਿਰ ਸਭ ਤੋਂ, ਜੇ ਅਸੀਂ ਔਖਾ ਦੇਖਿਆ, ਸਭ ਤੋਂ ਔਖਾ ਹੁੰਦਾ ਆਪਣਿਆਂ ਦੇ ਖਿਲਾਫ ਲੜਨਾ। ਤੇ ਇਹਨਾਂ ਦੇ ਆਪਣੇ ਪਿੰਡ ਦੇ ਇਹ ਬੰਦੇ ਸੀਗੇ ਜਿਨ੍ਹਾਂ ਦੇ ਖਿਲਾਫ ਇਹਨਾਂ ਨੇ ਲੜਾਈ ਲੜੀ। ਦੂਜੀ ਗੱਲ, ਇਹਨਾਂ ਨੇ ਉਹ ਸਾਰੀਆਂ ਜਿਹੜੀਆਂ ਸਿਆਸੀ ਧਿਰਾਂ ਆ ਉਹਨਾਂ ਨੂੰ ਨੰਗਾ ਕੀਤਾ ਕਿ ਇਹਨਾਂ ਦੀ ਉਹਦੇ ਵਿੱਚ ਕੀ ਇਨਵੋਲਵਮੈਂਟ ਰਹੀ ਆ। ਸਭ ਤੋਂ ਪਹਿਲਾਂ ਬਾਦਲਾਂ ਦੀ ਇਨਵੋਲਵਮੈਂਟ ਕਲੀਅਰ ਹੋ ਗਈ, ਕਿਉਂਕਿ ਉਹ ਤਾਂ ਪਹਿਲਾਂ ਹੀ ਸੌਦੇ ਸਾਧ ਵਾਲੇ ਪਾਸੇ ਖੜੇ ਸੀਗੇ। ਦੂਜੀ ਗੱਲ ਸੀਗੀ, ਜਿਹੜੇ ਉਸ ਛੱਲ ਤੋਂ ਚੜ੍ਹ ਕੇ ਸਰਬੱਤ ਖਾਲਸੇ ਦੇ ਵਿੱਚ ਮੋਹਰੀ ਬਣੇ ਕੌਮ ਦੀ ਅਗਵਾਈ ਕਰਨ ਦੇ ਵਿੱਚ, ਉਹਨਾਂ ਵਾਲੀ ਵੀ ਗੱਲ ਕਲੀਅਰ ਹੋਈ ਵੀ ਉਹਨਾਂ ਦਾ ਕਿੱਦਾਂ ਦਾ ਸਹਿਯੋਗ ਰਿਹਾ। ਤੀਜੀ ਗੱਲ ਹੈਗੀ ਆ, ਜਿਹੜੇ ਗਿਆਨੀ ਹਰਪ੍ਰੀਤ, ਜਿਹੜੇ ਆਪਣੇ ਆਪ ਨੂੰ ਸਭ ਤੋਂ ਅਲੱਗ ਦੱਸਦੇ ਆ ਤੇ ਉਹ ਪੰਥ ਨੂੰ ਸਾਰਿਆਂ ਨੂੰ ਹੇਠਾਂ ਦੇਖਦੇ ਆ, ਤੇ ਕਦੀ ਉਹ ਇਕੱਠੇ ਹੋਣ ਦੀ ਗੱਲ ਕਰਦੇ ਆ। ਉਹ ਕਹਿੰਦੇ ਆ ਵੀ ਤੂੰ ਗਵਾਹੀ ਕਿਉਂ ਦਿੱਤੀ, ਤੁਸੀਂ ਦੇਖੋ ਨਾ ਗੱਲ ਸਾਰੀ ਖੜੀ ਕਿੱਥੇ ਆ। ਤੇ ਤੀਜੀ ਜਿਹੜੀ ਅੱਜ ਦੀ ਗੱਲ ਆ, ਸਭ ਤੋਂ ਗੰਭੀਰ ਗੱਲ ਆ, ਜਿਹੜਾ ਇਹਨਾਂ ਦਾ ਵਿੱਤ ਮੰਤਰੀ ਆ ਚੀਮਾ, ਉਹ ਪ੍ਰੈਸ ਕਾਨਫਰੰਸ ਕਰਕੇ ਇਹ ਕਹਿ ਰਹੇ ਵੀ ਅਸੀਂ ਸਜ਼ਾ ਕਰਵਾਈ। ਉਹ ਬੰਦਾ ਸਾਡਾ 7 ਸਾਲ ਲੜਿਆ ਉੱਥੇ ਜਾ ਕੇ, ਠੀਕ ਹੈ ਨਾ, ਫਿਰ ਉਹਨਾਂ ਵਿੱਚੋਂ 2 ਬੰਦੇ ਬਰੀ ਹੋ ਗਏ। ਤੀਜੀ ਗੱਲ ਆ ਵੀ ਜਿਹੜੀ ਉਹਨਾਂ ਨੂੰ ਸਜ਼ਾ ਵੀ ਹੋਈ 3 ਸਾਲ ਦੀ, ਉਹ ਤਾਂ ਉਸੇ ਵੇਲੇ ਜਵਾਨਤ ਭਰ ਕੇ ਘਰ ਨੂੰ ਆ ਗਏ। ਚੌਥੀ ਗੱਲ ਆ ਕਿ ਸਾਡੇ ਬੰਦੇ ਨੂੰ ਇੱਕ ਗਨਮੈਨ ਮਿਲਿਆ ਤੇ ਉਹਨੂੰ ਜਿਹੜੇ ਹੈਗੇ ਆ ਉਹਨਾਂ ਨੂੰ 10-10 ਮਿਲੇ ਆ ਗਨਮੈਨ, ਉਹਨਾਂ ਨੂੰ ਜਿਪਸੀਆਂ ਮਿਲੀਆਂ। ਸਰਕਾਰ ਸਾਬਤ ਕੀ ਕਰਨਾ ਚਾਹੁੰਦੀ ਆ? ਤੇ ਇਹ ਸਾਰੀ ਘਟਨਾਕ੍ਰਮ ਤੋਂ ਇਹ ਸਿੱਖਾਂ ਨੂੰ ਜਿਹੜਾ ਡਿਸੀਜਨ ਆ ਉਹ ਲੈਣਾ ਚਾਹੀਦਾ। ਸਰਕਾਰਾਂ ਹੀ ਬਦਲੀਆਂ ਆ, ਕੋਈ ਕੁਛ ਨਹੀਂ ਬਦਲਿਆ। ਡੇਰਾ ਪ੍ਰੇਮੀ ਵੀ ਉਹੀ ਇੱਥੇ ਹਲੜ ਤੁਰੇ ਫਿਰਦੇ ਆ। ਇਹਨਾਂ ਦੇ ਜਿਹੜੇ ਉਹ ਹੈਗੇ ਆ ਜਿੱਥੇ ਇਕੱਠ ਕਰਦੇ ਆ, ਇਹਨਾਂ ਨੇ ਬਣਾਏ ਹੋਏ ਆ ਆਪਣੇ ਸਤਸੰਗ ਘਰ ਬਣਾਏ ਹੋਏ ਆ, ਡੇਰਾ ਪ੍ਰੇਮੀ ਨਾਮ ਚਰਚਾ ਘਰ ਬਣਾਏ ਹੋਏ ਆ। ਅੱਜ ਵੀ ਇਹ ਉੱਥੇ ਸਾਰਾ ਕੁਝ ਕਰਦੇ ਆ। ਤੇ ਹੁਣ ਜਿੱਥੇ ਪਹਿਲਾਂ ਬਾਦਲਾਂ ਦੀ ਸੀ, ਉੱਥੋਂ ਬਾਅਦ ਕਾਂਗਰਸ ਦੀ ਸੀ, ਤੇ ਹੁਣ ਇਹ ਪੁਸ਼ਤ ਬਣਾਈ ਜਿਹੜੀ ਹੈਗੀ ਆ ਉਹ ਆਮ ਆਦਮੀ ਪਾਰਟੀ ਦੀ ਆ ਗਈ। ਮਤਲਬ ਚੱਲ ਕੀ ਰਿਹਾ ਆ? ਸਾਨੂੰ ਕੀ ਇਨਸਾਫ ਮਿਲਿਆ? ਸਾਨੂੰ ਤਾਂ ਕੋਈ ਇਨਸਾਫ ਨਹੀਂ ਮਿਲਿਆ ਕੌਮ ਨੂੰ। ਉਹ ਬੇਅਦਬੀ ਵੀ ਕਰ ਗਏ ਤੇ ਉਹ ਬਰੀ ਵੀ ਹੋ ਗਏ, ਆਪਣੇ ਘਰਾਂ 'ਚ ਵੀ ਬੈਠੇ। ਜਦੋਂ ਉਹਨਾਂ ਨੂੰ ਖਤਰਾ ਸੀਗਾ ਉਦੋਂ ਉਹ ਜੇਲ੍ਹ 'ਚ 6-7 ਮਹੀਨੇ ਲਾਏ ਤੇ ਹੁਣ ਉਹਨਾਂ ਨੂੰ ਗਨ ਮਿਲ ਗਏ। ਮਤਲਬ ਸਰਕਾਰ ਦੱਸੇ ਤਾਂ ਸੀ ਸਾਬਤ ਕੀ ਕਰਨਾ ਚਾਹੁੰਦੀ ਆ, ਤੇ ਕੌਮ ਨੂੰ ਡਿਸੀਜਨ ਲੈਣ ਦੀ ਲੋੜ ਹੈ ਇਸ ਗੱਲ ਦੇ ਉੱਤੇ। ਵਾਕਈ। ਔਰ ਹਰਪਾਲ ਸਿੰਘ ਚੀਮਾ, ਉਹਨਾਂ ਨੂੰ ਵੀ ਜ਼ਰੂਰ ਦੱਸਣਾ ਚਾਹੀਦਾ ਹੈਗਾ ਸਾਹਮਣੇ ਆ ਕੇ ਮੀਡੀਆ ਦੇ ਰਾਹੀਂ ਕਿ ਜੇ ਭਾਈ ਤੁਸੀਂ ਸਜ਼ਾ ਦਵਾਈ ਹੈ ਚੀਮਾ ਸਾਹਿਬ, ਤੇ ਤੁਸੀਂ ਥੋੜ੍ਹਾ ਜਿਹਾ ਜ਼ਰੂਰ ਦੱਸੋ
ਕਿ ਇਹ ਸਜ਼ਾ ਦਿਵਾਉਣ ਦੇ ਵਿੱਚ ਤੁਹਾਡਾ ਕੀ ਯੋਗਦਾਨ ਰਿਹਾ ਹੈਗਾ? ਕੀ ਤੁਸੀਂ ਗਵਾਹੀ ਦਿੱਤੀ ਹੈ? ਕੀ ਯੋਗਦਾਨ ਹੈਗਾ ਤੁਹਾਡਾ? ਤੁਹਾਨੂੰ ਜ਼ਰੂਰ ਦੱਸਣਾ ਚਾਹੀਦਾ। ਮਨਜੀਤ ਸਿੰਘ ਕਰਤਾਰਪੁਰ ਜੀ, ਜਿਵੇਂ ਵੀਰ ਹੋਰਾਂ ਨੇ ਆਖਿਆ ਕਿ ਫੌਜੀ ਸਾਹਿਬ ਨੂੰ ਇੱਕ ਗਨਮੈਨ, ਭਈ ਇਹਨਾਂ ਨੂੰ ਸ਼ਾਇਦ ਖਤਰਾ ਘੱਟ ਹੈਗਾ ਆ, ਤੇ ਦੂਏ ਬੰਨੇ ਉਹਨਾਂ ਨੂੰ 10-10 12-12 ਗਨਮੈਨ। ਕੀ ਲੱਗਦਾ ਤੁਹਾਨੂੰ ਵੀ ਸਰਕਾਰ ਨੂੰ ਇਹ ਲੱਗਦਾ ਆ ਵੀ ਸਾਡੀਆਂ ਨਾਕਾਮੀਆਂ ਤੇ ਸਾਡੀਆਂ ਖਾਮੀਆਂ, ਖਾਲਸਾ ਪੰਥ ਦੇ ਅੰਦਰ ਗੁੱਸਾ ਹੈਗਾ, ਕਿਤੇ ਕੋਈ ਸਿੰਘ ਉਹਨਾਂ ਦੇ ਦੁਆਲੇ ਨਾ ਹੋ ਜਾਵੇ, ਇਸ ਕਰਕੇ ਸਰਕਾਰ ਨੂੰ ਵੀ ਲੱਗਦਾ ਹੋਊਗਾ ਕਿ ਸਾਡੇ 'ਚ ਘਾਟਾ ਆ? ਕੀ ਕਹਿਣਾ ਚਾਹੁੰਦੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਜੀ, ਅਸੀਂ ਤਾਂ ਇਹ ਮਹਿਸੂਸ ਕਰਦੇ ਵੀ ਜਿਹੜੀਆਂ ਘਟਨਾਵਾਂ ਹੁੰਦੀਆਂ ਨਾ, ਇਹ ਹੀ ਕਿਸੇ ਕੌਮ ਦੀ ਚੇਤਨਤਾ ਦੇ ਅੰਦਰ ਜਾਗਰੂਕਤਾ ਲੈ ਕੇ ਆਉਂਦੀਆਂ। ਸਾਨੂੰ ਹਿਸਟਰੀ ਨਹੀਂ ਭੁੱਲਣੀ ਚਾਹੀਦੀ ਵੀ ਜਦੋਂ 1984 ਤੋਂ ਪਹਿਲਾਂ ਨਿਰੰਕਾਰੀ ਕਾਂਡ ਵਾਪਰਦਾ, ਜਿੱਡੀ ਵੱਡੀ ਤਬਦੀਲੀ ਪੰਜਾਬ ਦੀ ਧਰਤੀ 'ਤੇ ਉਸ ਕਾਂਡ ਨੇ ਲੈ ਕੇ ਆਂਦੀ, ਜਿੱਡਾ ਵੱਡਾ ਇੱਕ ਕਹਿ ਲਓ, ਉਸ ਤੋਂ ਬਾਅਦ 'ਚ ਹੀ ਘੱਲੂ ਘਾਰੇ ਤੱਕ ਦੀਆਂ ਗੱਲਾਂ ਤੱਕ ਪਹੁੰਚ ਜਾਂਦੀ ਸਥਿਤੀ। ਪਰ ਤੁਸੀਂ ਇਹ ਦੇਖੋ, ਸਟੇਟ ਨੇ ਉਸੇ ਨਿਰੰਕਾਰੀ ਸੰਸਥਾ ਨੂੰ ਪੰਜਾਬ ਦੇ ਅੰਦਰ ਉਤੋਂ ਕਿਤੇ ਵੱਧ ਤਾਕਤ ਦਿੱਤੀ। ਸੇਮ ਉੱਦਾਂ ਹੀ ਅੱਜ ਇੱਧਰ ਚੱਲ ਰਿਹਾ। ਇੱਕ ਪਾਸੇ ਤੇ ਉਹਨੂੰ ਅਦਾਲਤ ਜਿਹੜੀ ਹੈਗੀ ਉਹ ਇਹ ਕਹਿੰਦੀ ਵੀ ਇਹ ਬਲਾਤਕਾਰੀ ਆ, ਇਹ ਬੰਦੇ ਦੇ ਉੱਤੇ ਐਸੇ ਸੰਗੀਨ ਜੁਰਮ ਕਿ ਮਤਲਬ ਸਾਡੇ ਪਿੰਡ 'ਚ ਕਿਸੇ ਆਮ ਬੰਦੇ ਦੇ ਲੱਗੇ ਵੇ ਤੇ ਲੋਕੀ ਮੂੰਹ ਲਾਉਣਾ ਛੱਡ ਦਿੰਦੇ। ਦੂਜੇ ਪਾਸੇ ਉਸ ਬੰਦੇ ਦੇ ਜਿਹੜੇ ਡੇਰੇ ਆ ਪਿੰਡ ਪੱਧਰ ਤੇ ਜਿਹੜੇ ਉਸਾਰੇ ਗਏ ਆ, ਉਹਦੇ ਜੇਲ੍ਹ ਦੇ ਵਿੱਚ ਹੋਣ ਦੇ ਬਾਵਜੂਦ ਵੀ ਪਿੱਛੇ ਜਿਹੜੀਆਂ ਹੈਗੀਆਂ ਉਹਨਾਂ ਨੂੰ ਪੈਰਵਾਈਆਂ ਦਿੱਤੀਆਂ ਜਾ ਰਹੀਆਂ, ਉਹਨਾਂ ਬੰਦਿਆਂ ਨੂੰ ਤਾਕਤ ਦਿੱਤੀ ਜਾ ਰਹੀ ਹੈ। ਇੱਥੋਂ ਸਾਨੂੰ ਜਾਂ ਸਾਡੀ ਕੌਮ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਵੀ ਜਿਸ ਹਕੂਮਤ ਦੇ ਜੂਲੇ ਥੱਲੇ ਅਸੀਂ ਅੱਜ ਰਹਿ ਰਹੇ ਨਾ, ਉਹ ਜਿਹੜੀ ਧਿਰ ਵੀ ਸਾਡੇ ਖਿਲਾਫ ਦੁਸ਼ਮਣ ਬਣ ਕੇ ਖੜੂਗੀ, ਉਹ ਸਟੇਟ ਉਹਨੂੰ ਤਾਕਤ ਦੇਊਗੀ। ਇਹ ਅਸੀਂ ਮਤ ਸੋਚੀਏ ਕਿ ਇਹ ਬੰਦੇ ਜਿਹੜੇ ਹੈਗੇ ਅੱਜ ਇਹਨਾਂ ਨੂੰ ਸਜ਼ਾਵਾਂ ਦੇ ਕਿਹੜੇ ਢੋਂਗ ਰਚ ਕੇ ਤੇ ਉਹ ਬੰਦੇ ਖਤਮ ਹੋ ਜਾਣਗੇ। ਇੱਕ ਸਰਸੇ ਵਾਲਾ ਮਰੂਗਾ, ਖਤਮ ਹੋਊਗਾ, ਇਹ 10 ਖੜੇ ਕਰਨਗੇ ਸਾਡੇ ਖਿਲਾਫ, ਕਿਉਂਕਿ ਇਹ ਸਰਸੇ ਵਾਲੇ ਦੀ ਕਿਸੇ ਦੀ ਕੋਈ ਔਕਾਤ ਨਹੀਂ ਆ। ਇਹਨਾਂ ਦੇ ਪਿੱਛੇ ਸਟੇਟ ਖੜੀ ਆ, ਕੰਮ ਕਰ ਰਹੀ, ਜਿਹੜੀ ਤਾਕਤ ਦੇ ਰਹੀ ਆ। ਜਿਹੜੇ 10 ਸਿਕਿਉਰਿਟੀ ਵਾਲੇ ਕਿਹਦੇ ਆ? ਉਹ ਸਟੇਟ ਦੇ ਆ ਨਾ ਦਿੱਤੇ ਹੋਏ। ਉਹ ਕੀ ਮੈਸੇਜ ਦੇ ਰਹੇ ਆ ਵੀ ਜਿਹੜਾ ਪੰਥਕ ਬੰਦਾ ਪੰਥ ਵਾਲੀ ਸਾਈਡ 'ਤੇ ਖੜੂਗਾ, ਉਹਦੇ ਲਈ ਤਾਂ ਸਿਰਫ ਇੱਕ ਕਾਨੂੰਨੀ ਕਾਰਵਾਈ ਨੂੰ ਰੋਕਣ ਦੇ ਲਈ ਇੱਕ ਬੰਦਾ ਦੇ ਦਿੱਤਾ ਵੀ ਕੱਲ੍ਹ ਨੂੰ ਇਹਨਾਂ ਕਹਿਣ ਵੀ ਇੱਕ ਨਹੀਂ ਦਿੱਤਾ, ਉਹਨਾਂ ਦਾ ਵੱਸ ਚੱਲੇ ਤੇ ਇੱਕ ਵੀ ਨਾ ਦੇਣ। ਉਹ ਤੇ ਉਹਨਾਂ ਦੀ ਪਿੱਠ 'ਤੇ ਖੜੀ ਆ ਸਟੇਟ ਪੂਰੀ ਦੀ ਪੂਰੀ। ਉਹ ਸਿੱਧਾ ਇਹ ਮੈਸੇਜ ਆ, ਇਹ ਘਟਨਾਵਾਂ ਸੁਨੇਹਾ ਹੁੰਦੀਆਂ ਕੌਮਾਂ ਦੇ ਲਈ, ਕਲੈਰਿਟੀ ਦੇਣ ਨੂੰ, ਇਹਨਾਂ ਗੱਲਾਂ ਨੂੰ ਸਮਝਣ ਦੀ ਜ਼ਰੂਰਤ ਹੁੰਦੀ ਹੈ ਕਿ ਇਹ ਸਟੇਟ ਦੇ ਹੀ ਟੂਲ ਨੇ ਸਭ। ਸਟੇਟ ਹੀ ਇਹਨਾਂ ਨੂੰ ਕ੍ਰੀਏਟ ਕਰਦੀ ਹੈ, ਸਟੇਟ ਆਪ ਹੀ ਇਹਨਾਂ ਨੂੰ ਬਣਾਉਂਦੀ ਆ, ਆਪ ਹੀ ਬਿਠਾਉਂਦੀ ਹੈ। ਫਿਰ ਸਿੱਖ ਪੰਜਾਬ ਦੇ ਵਿੱਚ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਦੀ ਖਾਤਰ ਤੇ ਗੁਰੂ ਮਹਾਰਾਜ ਜੀ ਦਾ ਸਤਿਕਾਰ ਕਾਇਮ ਰੱਖਣ ਦੀ ਖਾਤਰ ਫਿਰ ਕਰਨ ਕੀ ਪੰਜਾਬ ਦੇ ਵਿੱਚ, ਉਹ ਧਰਤੀ ਜਿੱਥੇ ਤੁਹਾਡਾ ਕਦੀ ਰਾਜ ਰਿਹਾ ਹੋਵੇ? ਦੇਖੋ, ਜਿਹੜਾ ਪੰਥ ਆ, ਜਿਹੜਾ ਕੌਮ ਆ ਜਿੱਥੇ ਖੜੀ ਹੈ ਨਾ, ਉਹਦੀ ਹਿਸਟਰੀ ਇਹ ਆ ਵੀ ਜਾਂ ਤੇ ਉਹਨੇ ਬਾਦਸ਼ਾਹਾਂ ਦੀ ਤਰ੍ਹਾਂ ਜੀਆ ਆ, ਜਾਂ ਫਿਰ ਉਹ ਲੜੇ ਆ। ਸਾਡੀ ਹਿਸਟਰੀ ਆ, ਜਾਂ ਤਾਂ ਅਸੀਂ ਬਾਦਸ਼ਾਹੀ ਹੰਢਾਈ ਆ, ਜਾਂ ਅਸੀਂ ਲੜੇ ਆ। ਸਾਡਾ ਸੰਘਰਸ਼ ਚੱਲਿਆ, ਗੁਰੂ ਸਾਹਿਬ ਦੇ ਟਾਈਮ ਤੋਂ ਚੱਲਦਾ ਆ ਰਿਹਾ। ਬੰਦਾ ਸਿੰਘ ਬਹਾਦਰ ਨੇ ਰਾਜ ਕੀਤਾ, ਫਿਰ ਕੁਝ ਸਮਾਂ ਵਿੱਚ ਗੈਪ ਪਿਆ, ਸਿੰਘ ਲੜੇ, ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ, ਫਿਰ ਗੈਪ ਪਿਆ, ਸਿੰਘ ਲੜਦੇ ਰਹੇ, ਅੱਜ ਵੀ ਲੜ ਰਹੇ ਆ। ਇੱਕ ਦਿਨ ਆਊਗਾ ਜਿੱਦਣ ਸਾਡੇ ਹੱਥ 'ਚ ਰਾਜ ਹੋਣਗੇ। ਜਿੱਦਾਂ ਬੰਦਾ ਸਿੰਘ ਬਹਾਦਰ ਨੇ ਆਪ ਦੇ ਹੱਥ ਦੇ ਵਿੱਚ ਜਦੋਂ ਰਾਜ ਆਇਆ ਤੇ ਆਪਣੇ ਹੱਕ ਲਏ ਨਾ ਸਿੱਖੀ ਰਵਾਇਤਾਂ ਦੇ ਅਨੁਸਾਰ, ਸਾਡੇ ਹੱਥ 'ਚ ਜਿੱਦਣ ਰਾਜ ਹੋਊਗਾ ਨਾ, ਸਾਰੇ ਬਣਦੇ ਹੱਕ ਲਵਾਂਗੇ। ਇਹ ਯਾਦ ਰੱਖਣ ਅੱਜ ਵਾਲੇ ਬੰਦੇ। ਔਰ ਸਾਡੀ ਕੌਮ ਨੂੰ ਵੀ ਇਹ ਚਾਹੀਦਾ ਵੀ ਉਹ ਉਹਨਾਂ ਬੰਦਿਆਂ ਦੇ ਕੋਲੋਂ ਜਿਨ੍ਹਾਂ ਦੇ ਹੱਥ 'ਚ ਛਿੱਤਰ ਆ ਤੇ ਸਾਡੇ ਅੱਜ ਸਿਰਾਂ 'ਚ ਮਾਰਨ ਡਏ ਆ, ਉਹਨਾਂ ਦੇ ਅੱਗੇ ਹੱਥ ਜੋੜ ਕੇ ਲੇਲੜੀਆਂ ਕੱਢ ਕੇ ਉਹਨਾਂ ਨੂੰ ਇਹ ਨਾ ਕਹਿਣ ਵੀ ਸਾਨੂੰ ਹੁਣ ਇਨਸਾਫ ਦੇ ਦਿਓ, ਜੁੱਤੀਆਂ ਤੇ ਮਾਰ ਲਈਆਂ। ਹੁਣ ਸਾਡੇ ਹਾਲਾਤ ਇਹੀ ਚੱਲਣ ਡਏ ਆ। ਅਸੀਂ ਉਸ ਰਾਹ ਵੱਲ ਵਧੀਏ ਜਿਹੜੀ ਰਾਹ ਦੇ ਉੱਤੇ ਚੱਲ ਕੇ ਸਾਨੂੰ ਆਜ਼ਾਦੀ ਮਿਲ ਸਕਦੀ ਆ, ਔਰ ਜਿੱਥੇ ਚੱਲ ਕੇ ਅਸੀਂ ਆਪ ਦੀ ਕਿਸਮਤ ਦੇ ਆਪ ਫੈਸਲੇ ਕਰ ਸਕੀਏ। ਮੈਨੂੰ ਲੱਗਦਾ ਕਿ ਵੀਰ ਹੋਰਾਂ ਨੇ ਸਿਰੇ ਦੀ ਗੱਲ ਕਰਤੀ ਹੈ ਕਿ ਇਹ ਧਰਤੀ ਜਿੱਥੇ ਕਦੀ ਖਾਲਸੇ ਦਾ ਰਾਜ ਭਾਗ ਹੋਇਆ ਕਰਦਾ ਸੀ, ਅੱਜ ਉੱਥੇ ਖਾਲਸੇ ਦਾ ਰਾਜ ਨਹੀਂ ਹੈਗਾ। ਅੱਜ ਇਸੇ ਕਰਕੇ ਉਹ ਸਾਰੇ ਲੋਕ ਇੱਥੇ ਨੱਚ ਰਹੇ ਆ, ਇੱਥੇ ਸ਼ਰੇਆਮ ਲਲਕਾਰ ਰਹੇ ਨੇ, ਸਿੱਖਾਂ ਨੂੰ ਲਲਕਾਰ ਰਹੇ ਨੇ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਆਪਾਂ ਸਾਰੇ ਜਣੇ ਸਤਿਕਾਰ ਕਰਦੇ ਹਾਂ। ਜੇ ਕੋਈ ਰਸਤੇ ਵਿੱਚ ਮਹਾਰਾਜ ਦੀ ਸਵਾਰੀ ਲੈ ਕੇ ਜਾ ਰਿਹਾ ਹੋਵੇ ਤਾਂ ਲੋਕ ਗੱਡੀ ਵਿੱਚੋਂ ਨਿਕਲ ਕੇ ਨਾ ਬਾਹਰ ਖੜੇ ਹੋ ਜਾਂਦੇ ਆ। ਜੇ ਕੋਈ ਸਿਰੋਂ ਮੋਨਾ ਬੰਦਾ ਹੋਵੇ, ਜਿਹੜਾ ਗੈਰ ਸਿੱਖ ਵੀ ਹੋਵੇ, ਉਹ ਵੀ ਆਪਣੀ ਜੇਬ ਦੇ ਵਿੱਚੋਂ ਰੁਮਾਲ ਕੱਢ ਕੇ ਸਿਰ ਦੇ ਉੱਪਰ ਲੈ ਲੈਂਦਾ। ਪਰ ਪੰਜਾਬ ਦੀ ਉਸੇ ਹੀ ਧਰਤੀ ਦੇ ਉੱਪਰ ਅੱਜ ਦੁਨੀਆ ਭਰ ਵਿੱਚ ਵਸਦੇ ਸਿੱਖਾਂ ਨੂੰ ਆ ਸਾਰਾ ਨਜ਼ਾਰਾ ਆਪਣੀਆਂ ਅੱਖਾਂ ਦੇ ਨਾਲ ਦੇਖਣਾ ਪਿਆ ਕਿ ਗਲੀਆਂ ਦੇ ਵਿੱਚ
ਢੇਰਾਂ ਦੇ ਉੱਪਰ ਗੰਦੇ ਨਾਲਿਆਂ ਦੇ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ ਪਾੜ ਕੇ ਸੁੱਟ ਦਿੱਤੇ ਗਏ, ਜਾਂ ਫਿਰ ਜਿਵੇਂ ਵੀਰ ਹੋਰਾਂ ਦਾ ਕਹਿਣਾ ਹੈਗਾ ਕਿ ਸਿੱਖ ਕੌਮ ਨੂੰ ਸੰਘਰਸ਼ ਦੇ ਰਾਹੇ ਹੀ ਪੈਣਾ ਚਾਹੀਦਾ ਹੈਗਾ ਔਰ ਉਸ ਰਾਹੇ ਚੱਲਣਾ ਚਾਹੀਦਾ ਜਿਹੜਾ ਰਾਹ ਆਜ਼ਾਦੀ ਵੱਲ ਨੂੰ ਲੈ ਕੇ ਜਾਂਦਾ ਹੋਵੇ। ਸੋ ਫੌਜੀ ਸਾਹਿਬ ਦੇ ਆਪਾਂ ਤੁਹਾਨੂੰ ਦਰਸ਼ਨ ਕਰਾਇਆ ਜੀ। ਇਹਨਾਂ ਦੀ ਬਦੌਲਤ ਅੱਜ 7 ਵਰ੍ਹੇ ਦੀ ਲੰਮੀ ਲੜਾਈ ਲੜ ਕੇ ਇਹਨਾਂ ਦੇ ਆਪਣੇ ਪਿੰਡ ਦੇ ਜਿਹੜੇ 3 ਡੇਰਾ ਪ੍ਰੇਮੀ ਹੈਗੇ ਨੇ ਉਹਨਾਂ ਨੂੰ ਇਹਨਾਂ ਨੇ ਸਜ਼ਾ ਦਵਾਈ ਹੈਗੀ ਆ। 2 ਇਹਨਾਂ ਦੇ ਪਿੰਡ ਦੇ ਹੈਗੇ ਆ, ਇੱਕ ਨਾਲ ਦੇ ਬੰਨੇ ਤੋਂ ਹੈਗਾ ਆ। ਸੋ ਮੈਨੂੰ ਲੱਗਦਾ ਕਿ ਬਹੁਤ ਵੱਡੀ ਇੱਕ ਘਾਲਣਾ ਹੈਗੀ ਆ ਜਿਹੜੀ ਇਹਨਾਂ ਨੇ ਘਾਲੀ ਹੈ। ਆਵਾਜ਼ੇ ਕੌਮ ਜਥੇਬੰਦੀ ਦੇ ਸੇਵਾਦਾਰ ਮੈਨੂੰ ਲੱਗਦਾ ਕਿ ਸਨਮਾਨਿਤ ਕਰਨ ਵਾਸਤੇ ਵੀ ਆਏ ਹੋਏ ਨੇ। ਸੋ ਜ਼ਰੂਰ ਮੈਨੂੰ ਲੱਗਦਾ ਕਿ ਸਨਮਾਨ ਕਰਨਾ ਬਣਦਾ ਹੀ ਹੈਗਾ, ਕਿਉਂਕਿ ਇਹ ਵੀ ਇੱਕ ਲੜਾਈ ਹੁੰਦੀ ਆ। ਜਿਵੇਂ ਮੈਂ ਪਹਿਲਾਂ ਆਖਿਆ ਕਿ ਜਦੋਂ ਸੰਘਰਸ਼ ਚੱਲਦੇ ਆ, ਧਰਨੇ ਲੱਗਦੇ ਆ, ਮੋਰਚੇ ਮੁਜ਼ਾਹਰੇ ਹੁੰਦੇ ਹੈਗੇ ਆ, ਉੱਥੇ ਤਾਂ ਵੱਡੇ ਲੋਕ ਇਕੱਠੇ ਹੋ ਜਾਂਦੇ ਆ, ਪਰ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸੋ ਜ਼ਰੂਰ ਜਿੰਨੇ ਵੀ ਸੱਜਣ ਗੱਲਬਾਤ ਸੁਣ ਰਹੇ ਨੇ, ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਜੋ ਇਹਨਾਂ ਨੂੰ ਆਖਿਆ ਸੀਗਾ ਕਿ ਭਾਈ ਪਿੰਡ ਦੇ ਵਿੱਚ ਹੋਰ ਬੰਦੇ ਵੀ ਹੈਗੇ ਸੀਗੇ, ਤੁਹਾਨੂੰ ਕਿਹਨੇ ਕਿਹਾ ਸੀਗਾ ਗਵਾਹੀ ਦੇਣ ਵਾਸਤੇ, ਇਸ ਬਾਬਤ ਤੁਸੀਂ ਜ਼ਰੂਰ ਕਮੈਂਟ ਕਰਕੇ ਰਾਏ ਦਿਓ। ਗਿਆਨੀ ਹਰਪ੍ਰੀਤ ਸਿੰਘ ਜੀ ਤੱਕ ਵੀ ਜੇ ਆ ਗੱਲ ਪਹੁੰਚਦੀ ਹੋਵੇ ਤਾਂ ਉਹ ਵੀ ਜ਼ਰੂਰ ਆਪਣੀ ਇਸ ਗੱਲ ਦਾ ਸਪਸ਼ਟੀਕਰਨ ਦੇਣ ਕਿ ਉਹਨਾਂ ਨੇ ਇਹ ਲਫ਼ਜ਼ ਕਿਉਂ ਵਰਤੇ ਸੀਗੇ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।